ਸ੍ਰੀ ਵਾਹਿਗੁਰੂ ਜੀ। ਸੁਣਿਐ ਸਤ ਸੰਤੋਖ ਗਿਆਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 9 ਪੌੜੀਆਂ ਦੀ ਕਥਾ ਤੋਂ ਬਾਅਦ 10ਵੀਂ ਪੌੜੀ, ਜਿਸ ਦੀ ਵਿਚਾਰ ਪ੍ਰਾਰੰਭ ਹੋ ਰਹੀ ਹੈ। ਗਰੀਬ ਨਿਵਾਜ ਸਤਿਗੁਰੂ ਕਿਰਪਾ ਕਰਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਤੀਸਰੇ ਅੰਗ 'ਤੇ ਪੌੜੀ ਹੈ। ਆਓ ਜਿਸ ਪ੍ਰਕਾਰ ਸਤਿਗੁਰੂ ਕਿਰਪਾ ਕਰਨ ਸੁਣੋ ਜੀ। ਸ੍ਰੀ ਵਾਹਿਗੁਰੂ ਜੀ। ਸੁਣਿਐ ਸਤ ਸੰਤੋਖ ਗਿਆਨ। ਸੁਣਨ ਦਾ ਮਹਾਤਮ ਸਿੱਧਾਂ ਦੇ ਕਹਿਣ ਤੋਂ ਸਤਿਗੁਰੂ ਜੀ ਸੁਣਾ ਰਹੇ ਨੇ। 4 ਪੌੜੀਆਂ ਵਿੱਚ ਸਰਵਣ ਦਾ ਮਹਾਤਮ ਹੈ। ਉਸ ਲੜੀ ਅਨੁਸਾਰ 10ਵੀਂ ਪੌੜੀ ਵਿੱਚ ਫਿਰ ਸਤਿਗੁਰੂ ਜੀ ਨਾਮ ਸਿਮਰਨ ਕਰਨ ਦਾ, ਸਰਵਣ ਕਰਨ ਦਾ ਜੋ ਉਪਦੇਸ਼ ਹੈ ਉਹ ਸਤਿਗੁਰੂ ਜੀ ਬਖਸ਼ ਰਹੇ। ਇਹਦੇ ਵਿੱਚ ਗਿਆਨ ਦੇ ਸਾਧਨ ਵੀ ਸ਼ੁਰੂ ਹੋਏ ਨੇ। ਸਰਵਣ, ਮੰਨਣ, ਨਿਧਿਆਸਨ, ਤਤ ਤੋਂ ਪਦ ਸੰਸ਼ੋਧਨ। ਇਹ ਸਿੱਧਾਂ ਦਾ ਸਵਾਲ ਸੀ। ਗਿਆਨ ਦੇ 4 ਸਾਧਨ ਜਿਹੜੇ ਉਹ ਕਥਨ ਕਰੋ ਔਰ ਸੁਣਨ ਦਾ ਮਹਾਤਮ ਦੱਸੋ। ਇਹ ਮਹਾਰਾਜ ਸਾਹਿਬ ਕਹਿੰਦੇ ਸੁਣਿਆ ਹੈ। ਇਹ ਵਿਸਰਾਮ ਸਾਰੇ ਸੁਣਿਆ ਤੇ ਹੋਣਗੇ। ਪਹਿਲਾਂ ਵੀ ਆਪ ਜੀ ਨੂੰ ਬੇਨਤੀ ਕਰੀ ਸੀ। ਸੁਣਨ ਦੇ ਨਾਲ ਵਾਹਿਗੁਰੂ ਪਰਮੇਸ਼ਰ ਦੀ ਪ੍ਰਾਪਤੀ ਦੇ ਜਿਹੜੇ ਦੈਵੀ ਗੁਣ, ਉਹਨਾਂ ਦੇ ਵਿੱਚ ਸਤ, ਸੰਤੋਖ ਤੇ ਗਿਆਨ, ਇਹ ਜਿਹੜੇ ਦੈਵੀ ਗੁਣ ਇਹ ਸੁਣਨ ਕਰਕੇ ਹੀ ਪਤਾ ਚੱਲਦਾ ਨਾ ਕਿਹੜੇ ਗੁਣ ਨੇ ਇਹ। ਦੂਸਰਾ, ਉਸ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਸੁਣਿਆ, ਸੁਣਨ ਕਰਕੇ ਹੀ ਜਿਹੜੇ ਜਗਿਆਸੂ ਨੇ ਸਤ ਅਤੇ ਸੰਤੋਖ, ਇਹ ਜਿਹੜੇ ਸ਼ੁਭ ਗੁਣਾਂ ਅਤੇ ਗਿਆਨ ਪ੍ਰਾਪਤ ਉਹਨਾਂ ਨੂੰ ਹੁੰਦਾ ਹੈ। ਸਤ ਦੀ ਪ੍ਰਾਪਤੀ, ਸੰਤੋਖ ਦੀ ਪ੍ਰਾਪਤੀ, ਗਿਆਨ ਦੀ ਪ੍ਰਾਪਤੀ। ਇਹ ਜਦੋਂ ਗਿਆਨ ਹੋ ਗਿਆ, ਸੁਣਨ ਦੇ ਨਾਲ ਹੀ ਇਹ ਸਾਰੇ ਸ਼ੁਭ ਗੁਣ ਆਤਮਿਕ ਜੀਵਨ ਦੇ ਲਈ ਇਹ ਕਿੰਨੇ ਕੁ ਜ਼ਰੂਰੀ ਨੇ, ਇਹ ਸੁਣਨ ਤੋਂ ਪਤਾ ਲੱਗੂਗਾ। ਸਤ ਰੱਖਣ ਵਾਲੇ ਜੋ ਧਰਮੀ ਪੁਰਸ਼ ਦਸ਼ਰਥ ਹੋਇਆ, ਭਿਰਗੂ ਜੀ ਹੋਏ, ਰਾਜਾ ਬਲ ਹੋਇਆ, ਹਰੀਸ਼ ਚੰਦਰ ਵਰਗੇ ਹੋਏ ਦਾਨੀ ਪੁਰਸ਼, ਤੇ ਗਿਆਨਵਾਨ ਪੁਰਸ਼ ਵਸ਼ਿਸ਼ਟ ਮੁਨੀ ਵਰਗੇ ਹੋਏ। ਇਹ ਸਾਰੇ ਸੁਣਿਆ ਸਰਵਣ ਦੀ ਮਹਿਮਾ ਨੂੰ ਇਹ ਮਹਾਨ ਕਹਿ ਰਹੇ ਨੇ। ਵਾਹਿਗੁਰੂ ਦਾ ਨਾਮ ਸਰਵਣ ਕਰਕੇ ਹੀ ਸਤ ਕੀਏ ਸੱਚ ਬੋਲਣ, ਸਤਪੁਰਖਾਂ ਦੀ ਸੇਵਾ ਅਤੇ ਸੰਗਤ ਕਰਨ ਵਾਲੇ, ਸਤ ਦੇ ਨਿਸ਼ਚੇ ਵਾਲੇ, ਸਤ ਪ੍ਰਤਿਕੀ ਅਤੇ ਸਤ ਸਰੂਪ ਦੀ ਪ੍ਰਾਪਤੀ ਵਾਲੇ ਹੋ ਜਾਂਦੇ ਆ। ਚਿੱਤ 'ਚ ਸੰਤੋਖ, ਸੰਤੁਸ਼ਟ ਹੋ ਜਾਣਾ, ਇਹੋ ਜਿਹਾ ਸੰਤੋਖ ਪ੍ਰਾਪਤ ਹੋਣਾ ਜੋ ਕਿਸੇ ਵੀ ਵਸਤੂ ਦੀ ਭੁੱਖ ਨਾ ਰਹੇ। ਜੋ ਤੂੰ ਦੇਹ ਤਹੀ ਇਹ ਤ੍ਰਿਪਤ ਹੈ, ਆਨ ਨ ਕਤਹੂੰ ਧਾਵਉ। ਜੇ ਭੁੱਖ ਦੇਹ ਤਾਂ ਇਹ ਤਹੀ ਰਾਜਾ, ਦੁੱਖ ਵਿੱਚ ਸੂਖ ਮਨਾਈ। ਇਹ ਅਵਸਥਾ ਪ੍ਰਾਪਤ ਹੋ ਜਾਂਦੀ ਹੈ। ਗਿਆਨ ਦਾ ਭਾਵ ਇੱਥੇ ਬ੍ਰਹਮ ਗਿਆਨ ਹੀ ਹੈ। ਬ੍ਰਹਮ ਗਿਆਨ ਦੀ ਪ੍ਰਾਪਤੀ ਹੋ ਜਾਂਦੀ ਹੈ। ਜਿਨ੍ਹਾਂ ਜਿਨ੍ਹਾਂ ਨੂੰ ਬ੍ਰਹਮ ਗਿਆਨ ਦੀ ਪ੍ਰਾਪਤੀ ਹੋਈ ਹੈ, ਪਹਿਲਾਂ ਉਹਨਾਂ ਨੇ ਉਪਦੇਸ਼ ਅਤੇ ਪਰਮੇਸ਼ਰ ਦੀ ਮਹਿਮਾ ਦਾ ਜਸ, ਕੀਰਤਨ, ਨਾਮ ਹੀ ਸੁਣਿਆ। ਉਹਨੇ ਕੀਰਤਨ ਸੁਣਿਆ, ਕਥਾ ਸੁਣੀ, ਤਾਂ ਹੀ ਪ੍ਰਾਪਤੀ ਹੈ। ਸਰਵਣ ਕਰਨ ਤੋਂ ਹੀ ਮੰਨਣ ਦਾ ਗਿਆਨ ਹੁੰਦਾ ਹੈ। ਫਿਰ ਨਿਧਿਆਸਨ ਦਾ ਗਿਆਨ ਹੁੰਦਾ ਹੈ। ਫਿਰ ਤਤ ਤੋਂ ਪਦ ਦਾ ਸੰਸ਼ੋਧਨ ਦਾ ਗਿਆਨ ਹੁੰਦਾ ਹੈ। ਇਸ ਕਰਕੇ ਜਿਨ੍ਹਾਂ ਨੇ ਸਤ, ਸੰਤੋਖ ਅਤੇ ਗਿਆਨ ਦੀ ਪ੍ਰਾਪਤੀ ਦੇ ਵਾਸਤੇ ਨਾਮ ਸੁਣਿਆ, ਉਹਨਾਂ ਨੂੰ ਇਹੋ ਜਿਹੇ ਗੁਣ ਪ੍ਰਾਪਤ ਹੋ ਜਾਂਦੇ ਨੇ। ਜਿਹੜੇ ਨਾਮ ਸੁਣਨ ਤੋਂ ਬੇਮੁਖ ਨੇ, ਉਹਨਾਂ ਦੇ ਅੰਦਰ ਨਾ ਸਤ, ਨਾ ਸੰਤੋਖ, ਨਾ ਗਿਆਨ, ਕੁਛ ਵੀ ਨਹੀਂ ਹੈ। ਜਿਨ੍ਹਾਂ ਨੇ ਵਾਹਿਗੁਰੂ ਦੇ ਨਾਮ ਨੂੰ ਸੁਣਿਆ, ਸਰਵਣ ਕੀਤਾ, ਸਰਵਣ ਦੁਆਰਾ ਸੰਤੋਖ ਆਦਿ ਗੁਣਾਂ ਨੂੰ ਧਾਰਨ ਕੀਤਾ, ਉਹ ਸਤ ਨਾਸ ਤੋਂ ਰਹਿਤ ਕੌਣ ਹੈ? ਵਾਹਿਗੁਰੂ। ਉਹਦਾ ਗਿਆਨ ਕੀ ਹੈ? ਬ੍ਰਹਮ ਗਿਆਨ ਪ੍ਰਾਪਤ ਹੋ ਜਾਂਦਾ। ਸੁਣਿਆ ਸਤ, ਸੰਤੋਖ, ਗਿਆਨ। ਸੋ ਅੱਗੇ ਦੱਸਦੇ ਹਨ ਜੀ। ਸੁਣਿਆ 68 ਕਾ ਇਸਨਾਨ। ਸੁਣਨ ਦੇ ਨਾਲ ਹੀ ਵਾਹਿਗੁਰੂ ਪਰਮੇਸ਼ਰ ਦਾ ਜਿਹੜਾ ਨਾਮ ਹੈ
ਕਿੱਡੀਆਂ ਵੱਡੀਆਂ ਬਰਕਤਾਂ ਹੈ। 8 ਤੇ 60 68 ਹੁੰਦੇ ਨੇ, ਤੇ 68 ਕੀਨ ਤੀਰਥ। ਵੈਸੇ ਤਾਂ 360 ਤੀਰਥ ਗ੍ਰੰਥਾਂ 'ਚ ਲਿਖੇ ਹੈ, ਤੇ ਉਹਨਾਂ 68 ਤੀਰਥ ਜਿਹੜੇ ਸੀ, 68 ਤੀਰਥਾਂ ਤੋਂ 68 ਕਿਵੇਂ ਬਣੇ ਨੇ, ਇਹ ਤਾਂ ਲੰਮੇ ਪ੍ਰਸੰਗ ਨੇ। 68 ਤੀਰਥ ਦੇਵੀ ਥਾਪੇ, ਪੁਰਬੀ ਲੱਗੈ ਬਾਣੀ। 360 ਤੀਰਥਾਂ ਤੇ ਜਾਣਾ ਬਹੁਤ ਜ਼ਿਆਦਾ ਮੁਸ਼ਕਲ ਸੀ। ਫਿਰ ਉਹ ਪਾਰਵਤੀ ਦੇ ਕਹਿਣ ਤੋਂ ਸ਼ਿਵ ਜੀ ਨੇ ਕਹਿੰਦੇ ਨੇ ਵੀ ਉਹ 360 ਤੀਰਥਾਂ ਦਾ ਮਹਾਤਮ 68 ਤੀਰਥਾਂ ਦੇ ਵਿੱਚ ਆਪਣੀ ਤਪੱਸਿਆ ਦੇ ਬਲ ਨਾਲ ਭਰ ਦਿੱਤਾ, ਕਿ 360 ਤੀਰਥਾਂ ਤੇ ਜਾਣ ਦੀ ਲੋੜ ਨਹੀਂ, 68 ਤੀਰਥਾਂ ਦੇ ਇਸ਼ਨਾਨ ਕਰੋ। ਤੇ ਉਹ 68 ਤੀਰਥਾਂ ਦਾ ਕਿਹੜਾ ਤੀਰਥ ਕਿਸ ਥਾਂ ਤੇ ਹੈ, ਕੀ ਉਹਦਾ ਨਾਮ ਹੈ, ਇਹ ਗੁਰਬਾਣੀ ਅਰਥ ਭੰਡਾਰ ਦੇ ਵਿੱਚ ਤੁਸੀਂ ਕੱਲਾ ਕੱਲਾ ਨਾਮ ਪੜ੍ਹ ਸਕਦੇ, ਉਹ ਇੱਥੇ ਆਪਾਂ ਕਹਿ ਨਹੀਂ ਰਹੇ। ਤੇ 68 ਤੀਰਥ ਜਿਹੜੇ 68 ਤੀਰਥ ਨੇ, ਉਹਨਾਂ ਦੇ ਇਸ਼ਨਾਨ ਦਾ ਜਿਹੜਾ ਮਹਾਤਮ ਹੈ ਆਪਣੇ ਥਾਂ ਤੇ ਹੈ, ਪਰ ਜਿਹੜੇ ਨਾਮ ਨੂੰ ਸਰਵਣ ਕਰਦੇ ਨੇ, ਉਹ ਜਿਹੜੇ 68 ਤੀਰਥੀ 360 ਦੇ ਜੋ ਮੁਖੀ ਤੀਰਥ ਨੇ, ਉਹਨਾਂ ਦੇ ਵਿੱਚ 3-4 ਤੀਰਥ ਹੋਰ ਮੁਖੀ ਹੁੰਦੇ ਨੇ, ਮੁਖੀਆਂ ਦੇ ਮੁਖੀ। 68 ਤੀਰਥ ਹੋ ਗਏ 360 ਦੇ ਮੁਖੀ। 68 ਤੀਰਥਾਂ ਦੇ ਮੁਖੀ ਹੋ ਗਈ ਗੰਗਾ, ਜਮਨਾ, ਗੋਦਾਵਰੀ, ਸਰਸਵਤੀ। ਤੇ 68 ਤੀਰਥ ਜਾਂ ਇਹ ਜਿਹੜੇ ਮੁਖੀ ਤੀਰਥ ਨੇ, ਗੰਗਾ, ਜਮਨਾ, ਗੋਦਾਵਰੀ, ਸਰਸਵਤੀ, ਮਹਾਰਾਜ ਕਹਿੰਦੇ ਸੁਣਿਆ ਸਿੱਧੋ 68 ਤੀਰਥਾਂ ਦਾ ਤੁਸੀਂ ਤਾਂ ਚਿੱਪੀਆਂ ਚੱਕੀ ਫਿਰਦੇ ਹੋ, ਬਰਾਗਣਾ ਚੱਕੀ ਫਿਰਦੇ ਹੋ, ਤੀਰਥਾਂ ਤੇ ਜਾਂਦੇ ਹੋ, ਕਦੇ ਉਹ ਤੀਰਥ ਤੇ ਜਾਓ, ਕਦੇ ਉਸ ਤੀਰਥ ਤੇ ਜਾਓ। ਕਹਿੰਦੇ ਅਸੀਂ ਤਾਂ ਆਪਣੇ ਸਿੱਖਾਂ ਨੂੰ ਸਭ ਤੋਂ ਵੱਡਾ ਤੀਰਥ, ਤੀਰਥ ਨਾਵਣ ਜਾਓ, ਤੀਰਥ ਨਾਮ ਹੈ, ਅਸੀਂ ਤਾਂ ਨਾਮ ਦਾ ਤੀਰਥ ਕਰਨੀ ਹੈ। ਅਖੇ ਜੀ ਨਾਮ ਦਾ ਤੀਰਥ ਜਿਹੜਾ ਤੁਸੀਂ ਕਹਿ ਰਹੇ ਹੋ 68 ਤੀਰਥਾਂ ਤੋਂ ਜ਼ਿਆਦਾ ਮਹਾਤਮਾ ਇਹਦਾ। ਮਹਾਰਾਜ ਕਹਿੰਦੇ ਹਾਂ। ਫਿਰ ਉਹ ਇਸ਼ਨਾਨ ਦਾ ਫਲ ਉਹਨਾਂ ਨੂੰ ਮਿਲ ਜਾਂਦਾ, ਕਹਿੰਦੇ ਉਦੋਂ ਵੀ ਜ਼ਿਆਦਾ ਮਿਲ ਜਾਂਦਾ। ਜਿਨ੍ਹਾਂ ਨੇ ਵਾਹਿਗੁਰੂ ਦੇ ਨਾਮ ਨੂੰ ਸੁਣਿਆ ਹੈ, ਉਹ 68 ਤੀਰਥਾਂ ਦੇ ਇਸ਼ਨਾਨ ਦਾ ਫਲ ਘਰ ਬੈਠਿਆਂ ਹੀ ਪ੍ਰਾਪਤ ਕਰ ਲੈਂਦੇ ਨੇ, ਜਿੱਥੇ ਵੀ ਹੈ ਉਹ। ਤੇ ਉਹਦੇ ਵਿੱਚ ਇਤਿਹਾਸਕ ਤੱਥ ਨੇ। ਪੂਰਬ ਰਾਜਾ ਹੋਇਆ, ਬੜਾ ਭਗਤ ਸੀ, ਤੇ ਉਸ ਤੋਂ ਵੀ ਪਹਿਲਾਂ ਆਪਾਂ ਵਿਚਾਰ ਕਰੀਏ ਵੀ ਜਗਤਮਲ ਸੇਠ ਸੀ, ਪਟਨਾ ਸਾਹਿਬ ਵਿੱਚ ਰਹਿੰਦਾ ਸੀ। ਇਹਨੂੰ ਜੈਤਾ ਜੈਤਾ ਕਰਕੇ ਕਈ ਵਾਰੀ ਨਾ ਛੋਟਾ ਨਾਮ ਪੱਕ ਜਾਂਦਾ ਹੈ। ਜਗਤਮਲ ਸੇਠ ਨੂੰ ਜੈਤਾ ਸੇਠ ਕਹਿਣ ਲੱਗੇ ਲੋਕ। ਬਹੁਤ ਨੇਕ ਸੁਭਾਅ ਸੀ, ਆਏ ਗਏ ਮਹਾਤਮਾ ਦੀ ਸੇਵਾ ਕਰਨੀ, ਰਾਹੀ ਪੰਥ ਨੂੰ ਲੰਗਰ ਦੇਣਾ, ਸਾਧੂਆਂ ਦੀ ਸੰਗਤ ਕਰਨੀ, ਧਰਮ ਦੀ ਕਿਰਤ ਕਰਨੀ, ਨਾਮ ਜਪਣਾ। ਜਦੋਂ ਗੁਰੂ ਤੇਗ ਬਹਾਦਰ ਸਾਹਿਬ ਉੱਥੇ ਪਹੁੰਚੇ, ਸਾਰਾ ਇਲਾਕਾ ਉਮੜ ਉਮੜ ਕੇ ਮਹਾਰਾਜ ਦੇ ਦਰਸ਼ਨਾਂ ਨੂੰ ਆਇਆ। ਤਾਂ ਫਿਰ ਇਹ ਤਾਂ ਮੁਰਲੀ ਕਤਾਰ ਦਾ ਸਤਸੰਗੀ ਸੀ, ਗੁਰੂ ਦੇ ਚਰਨ ਪਰਸੇ। ਕਹਿਣ ਲੱਗਾ, ਗਰੀਬ ਨਵਾਜ਼, ਬਰਿਆਂ ਦੀ ਘਾਲਣਾ ਅੱਜ ਥਾਂ ਪੈ ਗਈ, ਤੁਹਾਡੇ ਦੀਦਾਰ ਹੋ ਗਏ, ਦਰਸ਼ਨ ਦੇਖ ਜੀਵਾਂ ਗੁਰ ਤੇਰਾ, ਪੂਰਨ ਕਰਮ ਹੋਏ ਪਰ ਮੇਰਾ ਅੱਜ ਕਰਮ ਪੂਰਨ ਹੋ ਗਿਆ। ਮਹਾਰਾਜ ਨੇ ਉਹਦੀ ਭਾਵਨਾ ਨੂੰ ਫਲ ਲਾਇਆ। ਇਹੋ ਜਿਹੀਆਂ ਰੂਹਾਂ ਨੂੰ ਤਾਰਨ ਵਾਸਤੇ ਤਾਂ 10 ਜਾਮੇ ਧਾਰਨ ਕੀਤੇ ਸੀ, ਪਤਾ ਨਹੀਂ ਕਿੰਨੇ ਜਨਮਾਂ ਦੀ ਤਪੱਸਿਆ ਸੀ, ਨਿਹਾਲ ਕਰ ਦਿੱਤਾ। ਉੱਚੀ ਅਵਸਥਾ ਹੋ ਗਈ, ਸੇਵਾ ਦੀ ਕਤਾਰ ਵਿੱਚ ਵੀ ਮੂਹਰੇ, ਸਿਮਰਨ ਹਰ ਵੇਲੇ ਕਰਦੇ ਰਹਿੰਦਾ, ਗੁਰੂ ਦੀ ਸੇਵਾ 'ਚ ਤਤਪਰ ਰਹਿੰਦਾ, ਗੁਰੂ ਸਾਹਿਬ ਦੇ ਨਾਲ। ਕਿਉਂਕਿ ਸੇਵਾ ਤੇ ਗੁਰੂ ਪ੍ਰਸੰਨ ਹੈ। ਜਿਹੜਾ ਸਿੱਖ ਜ਼ਿੰਦਗੀ ਸੇਵਾ ਨਹੀਂ ਕਰਦਾ, ਗੁਰੂ ਦੇ ਪ੍ਰਸੰਨ ਹੋਣ ਤੋਂ ਢੀਕੇ ਨਾ ਪਰ ਕੇ ਉਹਨੂੰ ਤਾਂ ਤ੍ਰਿਕਾਰਾਂ ਨਾ, ਬਿਨ ਸੇਵਾ ਤ੍ਰਿਗ ਹੱਥ ਪੈਰ, ਹੋਰ ਨੇਫਲ ਕਰੇ, ਜਨਮੇ ਨੇਫਲ ਉਹਦਾ। ਹੁਣ ਜਿਹੜੇ ਸੇਵਾ ਨਹੀਂ ਕਰਦੇ, ਸਿਮਰਨ ਨਹੀਂ ਕਰਦੇ, ਤਪੱਸਿਆ ਨਹੀਂ ਕਰਦੇ, ਇਹ ਕੁਛ ਨਾ ਕਰਦੇ ਹੋਏ ਇੱਕ ਕੰਮ ਹੋਰ ਜ਼ਰੂਰ ਕਰ ਲੈਂਦੇ ਨੇ। ਕਰਦੇ ਦੇ ਨਾਲ ਈਰਖਾ ਕਰਨ ਲੱਗ ਜਾਂਦੇ ਨੇ ਵੀ ਜੇ ਇਹ ਐਸਾ ਕਰ ਰਿਹਾ ਹੈ, ਜੇ ਨਾ ਕਰੇ ਤਾਂ ਸਾਡੇ ਵਰਗਾ ਹੀ ਹੈ, ਹੁਣ ਇਹਦੀ ਸੇਵਾ ਹੋਣ ਲੱਗ ਗਈ। ਐਸਾ ਹੁੰਦਾ ਆਇਆ। ਜਗਤਮਲ ਸੇਠ ਨਾਲ ਵੀ ਐਸੇ ਹੋਇਆ। ਸਿੱਖ ਈਰਖਾ ਕਰਨ ਲੱਗੇ ਥੋੜ੍ਹੀ ਜਿਹੀ, ਵੀ ਗੁਰੂ ਇਹਨੂੰ ਬਹੁਤ ਚੰਗਾ ਸਮਝਦਾ। ਸੋਚਣ ਕੋਈ ਨਾ ਕੋਈ ਐਸਾ
ਇਹਦੀ ਕਮਜ਼ੋਰੀ ਮਿਲੇ ਜਿਹਦੇ ਨਾਲ ਅਸੀਂ ਗੁਰੂ ਨੂੰ ਸ਼ਿਕਾਇਤ ਕਰੀਏ ਵੀ ਮਹਾਰਾਜ ਇਹ ਤਾਂ ਇਹੋ ਜਿਹਾ ਤੁਸੀਂ ਇਹਦੀ ਸ਼ਲਾਘਾ ਕਰਦੇ ਹੋ, ਲੈ ਇਹ ਤਾਂ ਇਹੋ ਜਿਹਾ ਬੰਦਾ। ਕੁਛ ਨਾ ਲੱਭਿਆ, ਇੱਕ ਗੱਲ ਲੱਭੀ। ਉਸ ਗੱਲ ਨੂੰ ਲੈ ਕੇ ਇਕੱਠੇ ਹੋ ਕੇ ਸਿੱਖ ਗੁਰੂ ਦੇ ਅੱਗੇ ਵੀ ਜੇ ਦੇਖ ਵੀ ਤੂੰ ਫਲਾਣੇ ਨਾਲ ਚੱਲ, ਤੂੰ ਵੀ ਨਾਲ ਚੱਲ, ਮੈਂ ਇਕੱਲਾ ਕਹੂੰਗਾ ਨਾ ਮੇਰੇ ਜ਼ਿੰਮੇ ਪਊਗੀ। ਆਪਾਂ ਇਕੱਠੇ ਹੋ ਕੇ ਕਹਾਂਗੇ, ਗੁਰੂ 'ਤੇ ਪ੍ਰਭਾਵ ਬਣੂ ਇਸ ਗੱਲ ਦਾ ਵੀ ਸੰਗਤ ਸੱਚ ਬੋਲਦੀ। ਮਹਾਰਾਜ ਕਹਿੰਦੇ ਦੱਸੋ। ਹੱਥ ਜੋੜੇ ਨੇ ਸੰਗਤਾਂ ਨੇ। ਕਹਿੰਦੇ ਮਹਾਰਾਜ ਵੀ ਬੇਨਤੀ ਹੈ ਇੱਕ ਵੀ ਦੇਖੋ, ਜਿਹੜੀ ਸੱਚ ਗੱਲ ਹੁੰਦੀ ਹੈ, ਸੱਚ ਬੋਲਣ ਦਾ ਤਾਂ ਪਾਪ ਵੀ ਨਹੀਂ ਹੁੰਦਾ ਅਤੇ ਸੱਚ ਨਿੰਦਿਆ ਵੀ ਨਹੀਂ ਹੁੰਦੀ। ਮਹਾਰਾਜ ਕਹਿੰਦੇ ਸਿੱਧੀ ਗੱਲ ਕਰੋ, ਕੀ ਕਹਿਣਾ ਚਾਹੁੰਦੇ ਹੋ? ਕਹਿੰਦੇ ਇਹ ਜੈਤਾ ਸੇਠ ਹੈ ਜਿਹੜਾ, ਇਹਦੀ ਸ਼ਿਕਾਇਤ ਲੈ ਕੇ ਆਏ ਹਾਂ। ਮਹਾਰਾਜ ਕਹਿੰਦੇ ਇਹੋ ਜਿਹੀ ਗੁਰਮੁਖ ਦੀ ਸ਼ਿਕਾਇਤ? ਕਹਿੰਦੇ ਮਹਾਰਾਜ ਗੁਰਮੁਖ ਉੱਪਰੋਂ ਹੀ ਹੈ। ਹੋਇਆ ਕੀ ਹੈ? ਕਹਿੰਦੇ ਦੇਖੋ ਸਾਰੀ ਦੁਨੀਆ ਗੰਗਾ 'ਤੇ ਇਸ਼ਨਾਨ ਕਰਦੀ ਹੈ ਅੰਮ੍ਰਿਤ ਵੇਲੇ। ਕਹਿੰਦੇ ਇਹ ਕਦੇ ਇੱਕ ਦਿਨ ਵੀ ਨਹੀਂ ਜਾਂਦਾ। ਇਸ ਕਰਕੇ ਸ਼ਿਕਾਇਤ ਹੈ ਵੀ ਇਹ ਗੰਗਾ 'ਤੇ ਇਸ਼ਨਾਨ ਕਰਨ ਨਹੀਂ ਜਾਂਦਾ ਦੇਖਿਆ। ਘਰ ਦੇ ਵਿੱਚ ਕੋਈ ਪ੍ਰਬੰਧ ਹੈ ਨਹੀਂ। ਅੱਗੇ ਕਿਹੜੇ ਟੂਟੀਆਂ ਹੁੰਦੀਆਂ ਸੀ ਵੀ ਘਰ ਘਰ ਦੇ ਵਿੱਚ ਨਲਕੇ ਲੱਗੇ। ਇਹਦਾ ਮਤਲਬ ਸਿੱਧਾ ਹੀ ਇਹ ਹੈ ਵੀ ਇਹ ਸਿੱਖ ਨਹਾਉਂਦਾ ਨਹੀਂ। ਤੁਸੀਂ ਉਪਦੇਸ਼ ਦਿੰਦੇ ਹੋ ਗੁਰ ਸਤਿਗੁਰ ਕਾ ਜੋ ਸਿੱਖ ਖਾਏ ਸੋ ਭਲ ਕੇ ਉਠਿਆ ਆਰਾਮ ਤੇ। ਅੰਮ੍ਰਿਤ ਵੇਲੇ ਉੱਠੇ, ਇਸ਼ਨਾਨ ਕਰੇ, ਅੰਮ੍ਰਿਤਸਰ ਨਹਾਵੇ, ਕਰ ਇਸ਼ਨਾਨ ਸਿਮਰ ਪ੍ਰਭ ਆਪਣਾ। ਮਹਾਰਾਜ ਨੇ ਅੰਤਰਜਾਮਤਾ ਨਾਲ ਦੇਖ ਲਿਆ ਵੀ ਸਿੱਖ ਦੀ ਸ਼ਿਕਾਇਤ ਤਾਂ ਬਣਦੀ ਨਹੀਂ, ਵੀ ਝੂਠੇ ਹੈਗੇ ਇਹ, ਸੱਚੇ ਦੀ ਸ਼ਿਕਾਇਤ ਕਰਨ ਆਏ ਨੇ। ਪਰ ਮੈਂ ਜੇ ਇਹਨਾਂ ਨੂੰ ਆਪਣੀ ਜ਼ੁਬਾਨ ਨਾਲ ਕਹੂੰਗਾ ਤਾਂ ਇਹਨਾਂ ਦੀ ਤਸੱਲੀ ਨਹੀਂ ਹੋਣੀ। ਕਹਿਣਗੇ ਪੱਖ ਕੀਤਾ ਗੁਰੂ ਨੇ। ਮਹਾਰਾਜ ਨੇ ਜੁਗਤੀ ਵਰਤੀ। ਕਹਿੰਦੇ ਅੱਛਾ ਇਹ ਤਾਂ ਬਹੁਤ ਮਾੜੀ ਗੱਲ ਹੈ ਜੇ ਐਸਾ ਕਰਦਾ ਇਹੋ ਜਿਹਾ ਸਿਆਣਾ ਹੋ ਕੇ। ਇੱਕ ਕੰਮ ਕਰੋ, ਕਹਿੰਦੇ ਅੱਧੀ ਰਾਤ ਤੋਂ ਪਹਿਰਾ ਲਾਓ, ਲੁੱਕ ਕੇ ਬਹਿ ਜਾਓ, ਲੁੱਕ ਕੇ ਬੈਠੋ ਅਤੇ ਫਿਰ ਦੇਖੋ ਵੀ ਇਹ ਇਸ਼ਨਾਨ ਖਬਰਾਂ ਜਾਂਦਾ ਹੋਵੇ, ਤੁਸੀਂ ਨਾ ਦੇਖਿਆ ਹੋਵੇ। ਕਹਿੰਦੇ ਜੀ ਠੀਕ ਹੈ। ਚਾਅ ਚੜ੍ਹ ਗਿਆ ਵੀ ਹੁਣ ਜੈਤੇ ਮਲ ਸੇਠ ਨੂੰ ਫਸਾਵਾਂਗੇ। ਪਹਿਰਾ ਲਾ ਕੇ ਬੈਠ ਗਏ। ਜਿਸ ਵੇਲੇ ਸਵਾ ਪਹਿਰ ਰਾਤ ਰਹਿੰਦੀ ਸੀ ਤਾਂ ਕੀ ਦੇਖਦੇ ਨੇ, ਪਰਮੇਸ਼ਰ ਦੀ ਦੇਖੋ ਲੀਲਾ ਹੈ, ਉਹ ਜਿਹਾ ਜਿਹਾ ਮਰਜ਼ੀ ਰੂਪ ਧਾਰਨ ਕਰ ਲਵੇ। ਸੂਰ ਦਾ ਰੂਪ ਵੀ ਧਾਰਨ ਕੀਤਾ, ਸੰਖਾਸੁਰ ਮਾਰੇ ਵੇਦ ਉਧਾਰੇ। ਬਰਾ ਅਵਤਾਰ, ਬਰਾ ਕਿਹਨੂੰ ਕਹਿੰਦੇ? ਸੂਰ ਨੂੰ। ਮੱਛ ਦਾ ਅਵਤਾਰ ਧਾਰਨ ਕਰ ਲਿਆ, ਜਿਹਾ ਜਿਹਾ ਮਰਜ਼ੀ ਰੂਪ ਧਾਰਨ ਕਰ ਲਵੇ। ਗਊ ਦਾ ਰੂਪ ਧਾਰਨ ਕਰਕੇ ਆਪਣੇ ਭਗਤ ਦੀ ਮਹਿਮਾ ਵਧਾਉਣ ਵਾਸਤੇ ਗਊ ਦਾ ਰੂਪ ਧਾਰਿਆ ਅਤੇ ਗਊ ਜਾਂਦੀ ਹੈ ਜੈਤਮਲ ਸੇਠ ਦੇ ਉਹ ਅੰਦਰ ਵਿਹੜੇ ਵਿੱਚ ਚਲੀ ਗਈ। ਅੱਗੇ ਇੱਕ ਕੁੰਡ ਸੀ ਗੋਲ ਬਣਿਆ ਹੋਇਆ, ਉਹਦੇ ਜਾ ਕੇ ਗਊ ਨੇ ਆਪਣਾ ਮੂੰਹ ਕੀਤਾ ਅਤੇ ਪ੍ਰੈਸ਼ਰ ਦੇ ਨਾਲ ਪਾਣੀ ਦੇ ਨਾਲ ਕੁੰਡ ਭਰ ਦਿੱਤਾ। ਉਹ ਇੱਕ ਦੂਜੇ ਨੂੰ ਕੂਹਣੀ ਮਾਰ ਕੇ ਕਹਿੰਦੇ ਓਏ ਕੀ ਹੋ ਰਿਹਾ? ਕਹਿੰਦਾ ਵੀ ਦੇਖੀ ਚੱਲ ਕੀ ਹੋ ਰਿਹਾ। ਕੋਈ ਕੌਤਕ ਕਿਹਾ ਜਾਏ ਵੀ ਆਪਾਂ ਤਾਂ ਐਵੇਂ ਹੀ ਸ਼ਿਕਾਇਤ ਕਰ ਬੈਠੇ। ਇਹਨਾਂ ਨੂੰ ਗਊ ਕੁੰਡ ਭਰ ਕੇ ਵਾਪਸ ਆ ਗਈ ਅਤੇ ਜੈਤਮਲ ਸੇਠ ਜੀ ਇਸ਼ਨਾਨ ਕਰਨ ਲੱਗ ਗਏ। ਅਤੇ ਇਹਨਾਂ ਨੇ ਆਪਸ ਵਿੱਚ ਹੀ ਕਿਹਾ ਵੀ ਗਾਂ ਤਾਂ ਹੈ ਨਹੀਂ, ਇਹ ਦੇਖੋ ਗਾਂ ਨਾ ਇੱਕਣਾ ਇਹੋ ਜਿਹਾ ਕੰਮ ਕਰ ਸਕਦੀ ਹੈ ਅਤੇ ਇੰਨਾ ਪਾਣੀ ਗਾਂ ਦੇ ਅੰਦਰੋਂ ਨਿਕਲ ਵੀ ਨਹੀਂ ਸਕਦਾ। ਉਹ ਗਾਂ ਦੇ ਅੱਗੇ ਹੱਥ ਜੋੜ ਕੇ ਨਾ, ਗਾਂ ਦੇ ਲਾ ਕੇ ਪੈਰੀਂ ਹੱਥ, ਕਹਿੰਦੇ ਹੇ ਗਊ ਮਾਤਾ, ਹਿੰਦੂ ਧਰਮ ਦੇ ਵਿੱਚ ਅਤੇ ਗਊ ਦਾ ਬੜਾ ਪੂਜਨ ਹੈ। ਕਹਿੰਦੇ ਹੇ ਗਊ ਮਾਤਾ, ਸਿੱਖ ਧਰਮ ਦੇ ਅੰਦਰ ਗਊ ਗਰੀਬ ਦੀ ਰੱਖਿਆ ਦੀ ਗੱਲ ਹੈ ਖਾਲਸੇ ਨੂੰ। ਕਹਿੰਦੇ ਹੇ ਗਊ ਮਾਤਾ, ਵੀ ਕੀ ਇਸ ਚਰਜ ਖੇਡ ਹੈ, ਸਾਨੂੰ ਪਤਾ ਨਹੀਂ ਲੱਗਿਆ, ਤੂੰ ਕੌਣ ਹੈ? ਕਹਿੰਦੀ ਮੈਂ ਗੰਗਾ। ਆਖੇ ਜੀ ਫਿਰ ਜੇ ਤੁਸੀਂ ਗੰਗਾ ਹੈ, ਗੰਗਾ ਮਾਤਾ, ਤੁਹਾਡੇ ਤਾਂ ਇਸ਼ਨਾਨ ਕਰਨ ਲੋਕ ਉੱਥੇ ਜਾਂਦੇ ਨੇ ਅਤੇ ਤੁਸੀਂ ਇੱਥੇ ਕੀ ਕਰਨ ਆਏ ਸੀ? ਕਹਿੰਦੇ ਭਾਈ ਤੁਹਾਡੇ ਸਮਝ ਆਉਣ ਵਾਲੀ ਗੱਲ ਨਹੀਂ ਹੈ। ਜਿਹੜੇ ਇਹੋ ਜਿਹੇ ਗੁਰੂ ਕੇ ਸਿੱਖ ਨੇ, ਬੰਦਗੀ ਕਰਨ ਵਾਲੇ ਨੇ, ਕਹਿੰਦੇ ਇਹਨਾਂ ਦੀ ਸੇਵਾ ਤਾਂ ਮਸਾਂ ਮਿਲਦੀਆਂ ਸਾਨੂੰ, ਇਹਨਾਂ ਨੂੰ ਤੀਰਥਾਂ 'ਤੇ ਜਾਣ ਦੀ ਲੋੜ ਨਹੀਂ, ਤੀਰਥ ਚੱਲ ਕੇ ਇਹਨਾਂ ਦੇ ਕੋਲ ਆ ਜਾਂਦੇ। ਨਾਮ ਦਾ ਪ੍ਰਤਾਪ ਐਡਾ ਬੜਿਆ ਹੈ। 68 18 ਤੀਰਥਾਂ ਦਾ ਇਸ਼ਨਾਨ ਜਿੱਥੇ ਕੋਈ ਬੈਠਾ ਉੱਥੇ ਹੀ ਹੋ ਜਾਂਦਾ ਹੈ। ਕਹਿਣ ਦਾ ਮਤਲਬ ਸੁਣਿਆ 68 ਤੀਰਥ ਜਿਹੜੇ ਨੇ, ਸੁਣਿਆ 68 ਕਾ ਦਾ ਅਰਥ ਹੈ ਦਾ, 68 ਤੀਰਥਾਂ ਦਾ ਇਸ਼ਨਾਨ ਦਾ ਮਹੱਤਵ ਮਿਲ ਜਾਂਦਾ ਹੈ। ਤੋ ਇਸ ਕਰਕੇ ਇਹ ਜਿਹੜੇ ਇਸ ਤਰ੍ਹਾਂ ਦੇ ਪ੍ਰਸੰਗ ਆਉਂਦੇ ਨੇ ਅਤੇ ਨਾਲ ਗੁਰੂ ਸਾਹਿਬ ਨੇ ਇਹ ਬਚਨ ਗਏ, ਗੰਗਾ ਜਮਨਾ ਗੋਦਾਵਰੀ ਸਰਸਤੀ ਤੇ ਕਰਹਿ ਉਦਮ ਧੁਰ ਸਾਧੂ ਕੀ ਤਾਈ
ਕਿਲ ਬਿਖ ਮੈਲ ਭਰੇ ਪਰੇ ਹਮਰੇ ਵਿੱਚ, ਹਮਰੀ ਮੈਲ ਸਾਧੂ ਕੀ ਧੂਰ ਗਵਾਏ। ਕਿਉਂ ਕਿਹਾ ਮਹਾਰਾਜ ਨੇ? ਆਖਰ ਕੋਈ ਬਾਤ ਹੈ। ਤੇ ਇਸੇ ਤਰ੍ਹਾਂ ਪੂਰਵ ਰਾਜਾ ਹੋਇਆ, ਤੇ ਉਹ ਰਾਜੇ ਨੂੰ ਇੱਕ ਵਾਰੀ ਕੋ ਤੀਰਥਾਂ ਤੇ ਇਸ਼ਨਾਨ ਕਰਨ ਵਾਲਾ, ਤੀਰਥਾਂ ਤੇ ਵਿਸ਼ਵਾਸ ਕਰਨ ਵਾਲਾ ਕਰਮਕਾਂਡੀ ਕਿਤੇ ਉਹਦੀ ਸੰਗਤ ਹੋ ਗਈ। ਰਾਜਾ ਧਰਮੀ ਸੀ ਬੰਦਗੀ ਵਾਲਾ, ਕੀ ਸਾਧੂਆਂ ਦੇ ਉੱਚੀ ਅਵਸਥਾ ਸੀ। ਉਹ ਕਹਿਣ ਲੱਗਿਆ, ਰਾਜਨ ਤੀਰਥਾਂ ਦਾ ਬਹੁਤ ਮਹੱਤਮ ਹੈ, ਗੰਗਾ ਦਾ ਆਹ ਮਹੱਤਮ ਹੈ, ਜਮਨਾ ਦਾ ਆਹ ਮਹੱਤਮ ਹੈ, ਸੁਰਸਤੀ ਦਾ ਆਹ ਮਹੱਤਮ ਹੈ, ਤ੍ਰਿਵੇਣੀ ਦਾ ਆਹ ਮਹੱਤਮ ਹੈ, ਗੋਦਾਵਰੀ ਦਾ ਇਹ ਮਹੱਤਮ ਹੈ, ਤੁਸੀਂ ਕਦੇ ਵੀ ਨਹੀਂ ਗਏ ਤੀਰਥਾਂ 'ਤੇ? ਕਹਿੰਦਾ ਜੀ ਕਦੇ ਨਹੀਂ ਗਿਆ। ਕਹਿੰਦੇ ਚੱਲ ਤੈਨੂੰ 68 ਤੀਰਥਾਂ 'ਤੇ ਇਸ਼ਨਾਨ ਕਰਾ ਕੇ ਲਿਆ। ਰਾਜਾ ਧਰਮੀ ਸੀ, ਕਹਿੰਦਾ ਜੀ ਠੀਕ ਹੈ। ਮੈਂ ਵੀ ਮਨ ਬਣਾ ਲਿਆ ਵੀ ਰਾਜ ਦਾ ਜਿਹੜਾ ਕੰਮਕਾਰ ਹੈ ਵਜ਼ੀਰ ਨੂੰ ਸੰਭਾਲਾਂ, ਮੈਂ ਯਾਤਰੂ ਬਣ ਕੇ ਤੁਹਾਡੇ ਨਾਲ ਚੱਲੂ। ਠੀਕ ਹੈ ਜੀ। ਪਰਮੇਸ਼ਰ ਨੇ ਸੋਚਿਆ ਵੀ ਮੇਰੇ ਭਗਤ ਨੂੰ ਤਾਂ ਇਹ ਕਰਮਕਾਂਡੀ ਨੇ ਗੁੰਮਰਾਹ ਕਰ ਦਿੱਤਾ, ਇਹ ਤੀਰਥਾਂ 'ਤੇ ਜਾਊਗਾ, ਉੱਥੇ ਦਾ ਮਨ ਹੀ ਨਹੀਂ ਇਕਾਗਰ ਰਹਿਣਾ। ਤੀਰਥ ਜਾਓ ਤਾਂ ਹਉ ਕਰਤੇ, ਪੰਡਤ ਪੁੱਛੋ ਤਾਂ ਮਾਇਆ ਰਾਤੇ, ਉੱਥੇ ਤਾਂ ਬਹੁਤ ਕੁਕਰਮ ਹੋ ਰਹੇ ਨੇ, ਇਹਦੀ ਸ਼ਰਧਾ ਟੁੱਟ ਜੂ। ਔਰ ਨਾਮ ਦਾ ਵੱਡਾ ਤੀਰਥ ਹੈ ਵੀ ਮੈਂ, ਪਰਮੇਸ਼ਰ ਨੇ ਉਸ ਵੇਲੇ ਜਦੋਂ ਰਾਜਾ ਇਕਾਂਤ ਵਿੱਚ ਸਮਾਧਿਸ਼ਟ ਹੋ ਕੇ ਬੈਠਿਆ, ਆਕਾਸ਼ਬਾਣੀ ਹੋਈ, ਰਾਜਨ ਤੈਨੂੰ ਤੀਰਥਾਂ 'ਤੇ ਜਾਣ ਦੀ ਲੋੜ ਨਹੀਂ, 68 ਤੀਰਥਾਂ ਤੋਂ ਵੱਡਾ ਮਹਾਤਮ ਤੇਰੇ ਕੋਲ ਨਾਮ ਦਾ ਹੈ। 68 ਤੀਰਥ ਕਾ ਮੁਖ ਟੇਕਾ, ਤੇਰੇ ਕੋਲ ਨਾਮ ਹੈ। ਨਾਮ ਸਰੋਵਣ ਸਰਬ ਮੈਂ ਭਗਤ ਰਹੇ ਲਿਵਤਾਰ, ਤੂੰ ਕੀ ਜਾਵੇਂ ਤੀਰਥਾਂ 'ਤੇ? ਹਾਂ, ਜੇ ਤੇਰੇ ਮਨ ਦੇ ਸੰਕਲਪ ਹੋ ਹੀ ਗਿਆ ਹੈ, ਜੈਸੀ ਭੂਖ ਤੈਸੀ ਕਾ ਪੂਰਖ, ਮੇਰਾ ਧਰਮ ਹੈ ਜਿਹੇ ਜੀ ਕਿਸੇ ਦੀ ਇੱਛਾ ਉਹ ਪੂਰੀ ਕਰਾਂ, ਤੈਨੂੰ ਜਾਣ ਦੀ ਲੋੜ ਨਹੀਂ, ਤੀਰਥ ਤੇਰੇ ਕੋਲ ਚੱਲ ਕੇ ਆਉਣਗੇ। ਦੇਖੋ ਕਿੱਡੀ ਵੱਡੀ ਗੱਲ ਹੈ, ਪਰਮੇਸ਼ਰ ਨੇ ਹੁਕਮ ਕਰਤਾ ਤੀਰਥ ਤੇਰੇ ਕੋਲ ਚੱਲ ਕੇ ਆਉਣਗੇ। ਕਹਿਣ ਲੱਗਾ ਮਹਾਰਾਜ ਸਤਿ। ਸਵੇਰ ਵਕਤ ਜਦੋਂ ਇਹਦੇ ਇਸ਼ਨਾਨ ਕਰਨ ਦਾ ਸਮਾਂ ਹੋਇਆ, ਐਸਾ ਕੌਤਕ ਵਰਤਿਆ ਕਿ ਆਕਾਸ਼ਬਾਣੀ ਹੋਈ ਤੇ ਆਵਾਜ਼ ਆਈ, ਰਾਜਨ ਅਸੀਂ ਹਾਜ਼ਰ ਹਾਂ। ਕਹਿੰਦੇ ਕੌਣ ਹੋ ਤੁਸੀਂ? ਕਹਿੰਦੇ 68 ਤੀਰਥ। ਪਰਮੇਸ਼ਰ ਹੈ ਜਿਹੜਾ ਸਾਰੇ ਤਰ੍ਹਾਂ ਦੇ ਬੋਲ ਰਿਹਾ, ਕਿਤੋਂ ਮਰਜ਼ੀ ਬੋਲੇ, ਕੰਧਾਂ 'ਚੋਂ ਬੋਲੇ, ਆਕਾਸ਼ ਤੋਂ ਬੋਲੇ, ਪਾਣੀ 'ਚੋਂ ਬੋਲੇ, ਜਿੱਥੋਂ ਮਰਜ਼ੀ ਬੋਲੇ। ਤੇ ਤੂੰ ਆ ਟੀਮ ਥੋੜ੍ਹੀ ਜਿਹੀ ਉਠਾ। ਉੱਥੇ ਨਾਲ ਟੋਆ ਸੀ, ਟੀਮ ਉਠਾਈ, ਸੁੱਕਾ ਤਲਾਇਆ, ਪਾਣੀ ਪ੍ਰੈਸ਼ਰ ਨਾਲ ਆਇਆ, ਆਵਾਜ਼ ਆਈ, ਰਾਜਨ ਇਹ 68 ਤੀਰਥਾਂ ਦਾ ਸਾਰਾ ਜਲ ਹੈ, ਤੂੰ ਇੱਥੇ ਇਸ਼ਨਾਨ ਕਰ ਲੈ। ਰਾਜਾ ਬਰਾਗ ਵਿੱਚ ਆ ਕੇ ਰੋਣ ਲੱਗ ਗਿਆ, ਕਹਿੰਦੇ ਹੇ ਪਰਮੇਸ਼ਰ, ਤੂੰ ਇੰਨਾ ਭਗਤਾਂ ਦਾ ਧਿਆਨ ਹੈ, ਮੇਰੇ ਰਾਮ ਰਾਏ ਤੂੰ ਸੰਤਾਂ ਕਾ ਸੰਤ ਤੇਰੇ, ਤੂੰ ਸੰਤਾਂ ਦਾ ਸੁਆਮੀ, ਸੰਤ ਤੇਰੇ ਦਾਸ। 68 ਤੀਰਥ ਪੂਰਵ ਰਾਜਾ ਨੂੰ ਆ ਕੇ ਇਸ਼ਨਾਨ ਵਾਸਤੇ ਹਾਜ਼ਰ ਹੋ ਗਏ। ਤੇ ਐਵੇਂ ਥੋੜ੍ਹੀ ਮਹਾਰਾਜ ਨੇ ਕਿਹਾ, ਸੁਣਿਆ 68 ਕਾ ਇਸ਼ਨਾਨ, 68 ਤੀਰਥਾਂ ਦਾ ਇਸ਼ਨਾਨ ਘਰ ਬੈਠਿਆਂ ਮਿਲ ਜਾਣਾ ਸੌਖੀ ਜਿਹੀ ਬਾਤ ਨਹੀਂ। ਕਿਉਂ ਹੋਇਆ? ਕਿਉਂਕਿ ਪਰਮੇਸ਼ਰ ਵਾਹਿਗੁਰੂ ਦਾ ਆਪਣਾ ਬਿਰਧ ਹੈ। ਇਸ ਕਰਕੇ ਨਾਮ ਦਾ ਜੇ ਸਰਵਣ ਕਰਨਾ ਹੈ, ਨਾਮ ਦੇ ਸਰਵਣ ਦੇ ਬਰਾਬਰ ਹੋ ਕੋਈ ਚੀਜ਼ ਹੋ ਹੀ ਨਹੀਂ ਸਕਦੀ। ਇੱਕ ਕਵਿਤ ਮਿਲਦੀ ਹੈ, ਵਾਹਿਗੁਰੂ ਸ਼ਬਦ ਦੀ ਮਹਿਮਾ 'ਤੇ ਹੈ, ਉਹ ਢੁਕਦੀ ਹੈ ਇੱਥੇ। ਜੈਸੇ 68 ਤੀਰਥ ਪਰਸ ਕੀਓ, ਜੁਗ ਚਾਰ ਚੜੇ ਕੈਲਾਸ ਰਹਿਓ। ਜੈਸੇ ਲਾਖ ਬਾਰ ਕੁਰਸ਼ੇਤਰ ਮੈਂ, ਸਮੇਤ ਜਗ ਅਭੰਗ ਠਇਓ। ਜੈਸੇ ਕੋਟ ਜਨਮ ਤਪ ਉਰਦਮੁਖੀ, ਬੈਸੰਤਰ ਮੈਂ ਤਨ ਦਾਹੇ ਦਹਿਓ। ਪੁਨ ਅੰਮ੍ਰਿਤ ਨਾਮ ਵਿਸ਼ੇਸ਼ ਇਤੀ, ਜਿਨ ਏਕ ਵਾਰ ਸ੍ਰੀ ਵਾਹਿਗੁਰੂ ਕਹਿਓ। ਕਿੱਡੀ ਵੱਡੀ ਗੱਲ ਹੈ। ਜਿਸ ਤਰ੍ਹਾਂ ਕੋਈ 68 ਤੀਰਥਾਂ 'ਤੇ, ਇਹ ਕਹਿੰਦੇ ਨੇ ਭਾਈ ਗੁਰਦਾਸ ਸਾਹਿਬ ਜੀ ਨੇ ਇਹ ਕਵਿਤ ਉਚਾਰਨ ਕੀਤੀ ਸੀ, ਕਿਤੇ ਉਹ ਗਿਣਤੀ ਦੇ ਵਿੱਚ ਇੱਧਰ ਉੱਧਰ ਹੋ ਜਾਣਾ, ਇਹ ਕਈ ਬਾਤਾਂ ਐਸੀਆਂ ਹੋ ਜਾਂਦੀਆਂ। ਪਰ ਗੁਰਮੁਖ ਪ੍ਰਕਾਸ਼ ਦੇ ਵਿੱਚ 502 ਅੰਗ ਦੇ ਉੱਤੇ ਮਹਾਂਪੁਰਖਾਂ ਨੇ ਜਿਉਂ ਦਾ ਤਿਉਂ ਇਹ ਭਾਈ ਗੁਰਦਾਸ ਦੀ ਭਾਵਨਾ ਨੂੰ ਜਿਉਂਦਿਆਂ ਰੱਖਿਆ ਹੋਇਆ।
ਜਿਵੇਂ ਕੋਈ 68 ਤੀਰਥਾਂ ਤੇ ਜਾ ਕੇ ਸਪਰਸ਼ ਕਰੇ, ਇਸ਼ਨਾਨ ਕਰੇ 68 ਤੀਰਥਾਂ ਤੇ, ਕਿੰਨਾ ਟਾਈਮ ਲੱਗੂਗਾ? ਦੂਰ ਦੂਰ ਤੀਰਥਨ ਪੁਰਾਣੇ ਸਮੇਂ ਤਾਂ ਤੁਰ ਕੇ ਜਾਂਦੇ ਸੀ ਲੋਕ, ਚਲੋ ਹੁਣ ਸਾਧਨ ਹੈਗੇ। ਕਿੰਨਾ ਵਕਤ ਔਰ ਫਿਰ ਕਿੰਨਾ ਖਰਚ ਹੋਊਗਾ, ਕਿੰਨੀ ਖੇਚਲ ਹੋਊਗੀ, ਸਮਾਂ ਖਰਚ ਹੋਊਗਾ, ਧਨ ਖਰਚ ਹੋਊਗਾ, ਖੇਚਲ ਹੋਊਗੀ। ਕਹਿੰਦੇ ਜੈਸੇ 68 ਤੀਰਥ ਪਰ ਜੁਗ 4 ਚੜ੍ਹੇ ਕੈਲਾਸ ਰਹਿਓ। 4 ਯੁੱਗ ਕੈਲਾਸ਼ ਪਰਬਤ 'ਤੇ ਜਿੱਥੇ ਸ਼ਿਵ ਜੀ ਦਾ ਧੂਣਾ ਮੰਨਦੇ ਹੈ ਸ਼ਿਵ ਉਪਾਸ਼ਕ, ਉੱਥੇ ਤਪੱਸਿਆ ਕਰੇ ਕਰੜੀ ਕਲ ਨਾ ਕਾਲੇ। ਇਹਦਾ ਮਹਾਤਮ 68 ਤੀਰਥਾਂ ਦੇ ਵਿੱਚ 4 ਯੁੱਗਾਂ ਦੀ ਤਪੱਸਿਆ ਦਾ ਜੋੜ ਲਓ। ਫਿਰ ਆ ਜਾਓ ਅਸਮੇਧ ਜਗ ਤੇ। ਜੈਸੇ ਲਾਖ ਬਾਰ ਕੁਰਸ਼ੇਤਰ ਮੈਂ ਅਸਮੇਧ ਜਗ ਅਪੰਗ ਠਇਓ। ਇੱਕ ਅਸਮੇਧ ਜਗ ਕਰਨ ਦੇ ਵਿੱਚ ਧਰਮ ਪੁੱਤਰ ਯੁਧਿਸ਼ਠਿਰ ਦੀ ਬੱਸ ਹੋ ਗਈ ਸੀ, ਜੱਗ ਨਹੀਂ ਸੀ ਸਿਰੇ ਚੜ੍ਹਦਾ। ਵਾਲਮੀਕ ਰਿਸ਼ੀ ਦੇ ਚਰਨ ਪਾਉਣ ਤੋਂ ਫਿਰ ਕਿਤੇ ਸਿਰੇ ਚੜ੍ਹਿਆ ਇੱਕ ਜੱਗ। 1 ਲੱਖ ਜੱਗ ਕੋਈ ਐਸਾ ਕਰੇ, ਉਹਦੇ 'ਚ ਅਭੰਗ ਠਇਓ। ਭਾਈ ਗੁਰਦਾਸ ਸਾਹਿਬ ਕਹਿੰਦੇ ਜਿਹਦੇ ਭਿੰਗਣਾ ਨਾ ਪਵੇ, ਉਹਦਾ ਮਹਾਤਮ ਇਹਦੇ ਵਿੱਚ ਜੋੜ ਲਓ। 68 ਤੀਰਥਾਂ ਦੇ ਇਸ਼ਨਾਨ ਦਾ ਮਹਾਤਮ, 4 ਯੁੱਗ ਕੈਲਾਸ਼ ਦੇ ਉੱਤੇ ਤਪੱਸਿਆ ਕਰਨ ਦਾ ਮਹਾਤਮ, 1 ਲੱਖ ਅਸ਼ਮੇਧ ਜੱਗ। ਕੁਰਸ਼ੇਤਰ ਦੀ ਧਰਤੀ ਇਹ ਪਵਿੱਤਰ ਜਿਆਦੇ ਮੰਨੀਆਂ ਗ੍ਰੰਥਾਂ ਦੇ ਅੰਦਰ ਹੈ ਵੀ ਜਦੋਂ ਉਸ ਧਰਤੀ ਦੀ ਰਚਨਾ ਨਹੀਂ ਸੀ, ਉਹੀ 48 ਕੋਹ ਦਾ ਚੌਂਕੜਾ ਲਾਇਆ ਸੀ ਦੈਤਾਂ ਨੂੰ ਵੱਢਣ ਵਾਸਤੇ। ਉਹ 10ਵੇਂ ਗ੍ਰੰਥ ਦੇ ਵੀ ਸਾਰੇ ਪ੍ਰਸੰਗ ਆ ਜਾਣਗੇ ਆਪ ਜੀ ਨੂੰ। ਤੇ ਇਸ ਕਰਕੇ ਕਹਿੰਦੇ ਇਹ ਪਵਿੱਤਰ ਧਰਤੀ 1 ਲੱਖ ਜਗ ਕਰੇ। ਜੈਸੇ ਕੋਟ ਜਨਮ ਤਪ ਉਰਦਮੁਖੀ। ਕਰੋੜਾਂ ਵਰਸ ਆ ਜਾਣੀ ਜਿਵੇਂ ਪੁੱਠੇ ਲਟਕੇ ਨਹੀਂ ਤਪ ਕਰਦੇ। ਬੈਸੰਤਰ ਮੈਂ ਤਨ ਦਾਹਿ ਦਿਓ। ਆਪਣੇ ਘੀ ਦੀ ਆਹੁਤੀ ਦੀ ਬਜਾਏ ਸਰੀਰ ਨੂੰ ਕੱਟ ਕੱਟ ਕੇ ਹੋਮ ਕਰ ਦੇਵੇ ਤੇ ਬਹੁਤ ਵੱਡੀ ਤਪੱਸਿਆ ਕਰ ਲਵੇ। ਇਹ ਸਾਰਾ ਕੁਛ ਇਹਨੂੰ ਇੱਕ ਥਾਂ ਤੇ ਇਕੱਠਾ ਕਰ ਲਓ। ਵਿਚਾਰ ਦੀ ਤਕੜੀ ਵਿੱਚ ਸਾਰਾ ਕੁਛ ਪਾ ਲਓ ਤੇ ਇੱਕ ਪਾਸੇ ਪਾ ਲਓ ਇੱਕ ਵਾਰ ਸ੍ਰੀ ਵਾਹਿਗੁਰੂ ਇਕਾਗਰ ਹੋ ਕੇ ਕਹਿਣ ਦਾ। ਪੁਨੇ ਅੰਮ੍ਰਿਤ ਨਾਮ ਵਿਸ਼ੇਸ਼ ਇਤੀ। ਕਹਿੰਦੇ ਮੈਂ ਇਹ ਨਹੀਂ ਕਹਿੰਦਾ, ਭਾਈ ਸਾਹਿਬ ਕਹਿੰਦੇ ਵੀ ਇਹਦੇ ਬਰਾਬਰ ਹੈ। ਕਹਿੰਦੇ ਨਹੀਂ, ਵਿਸ਼ੇਸ਼। ਜਿਨੇ ਏਕ ਵਾਰ ਸ੍ਰੀ ਵਾਹਿਗੁਰੂ ਕਹਿਓ। ਤੁਸੀਂ ਵੀ ਕਹਿ ਦਿਓ ਨਾ ਸ੍ਰੀ ਵਾਹਿਗੁਰੂ ਵਾਹਿਗੁਰੂ, ਕਿਉਂਕਿ ਮਹਾਤਮ ਹੈ ਇਸ ਦਾ। ਤੋ ਇਸ ਕਰਕੇ ਨਾਮ ਦੇ ਸੁਣਿਆ ਸਰਵਣ ਕਰਦੇ ਹੋਏ ਉਹਨਾਂ ਵਾਸਤੇ 68 ਤੀਰਥਾਂ ਦਾ ਇਸ਼ਨਾਨ ਕਿਆ ਹੈ, ਇਹ ਅਰਥ 'ਚ ਬਦਲਾ ਹੈ। ਭਾਵ ਕੁਝ ਵੀ ਨਹੀਂ ਹੈ। ਨਾਮ ਸਰਵਣ ਦੀ ਮਹਿਮਾ ਬਹੁਤ ਅਧਿਕ ਹੈ। ਜਿਹੜੇ ਗੁਰਮੁਖ ਜਨ ਉਸ ਪ੍ਰਭੂ ਦੇ ਨਾਮ ਨੂੰ ਸੁਣਿਆ ਸਰਵਣ ਕਰਦੇ ਨੇ, ਉਹਨਾਂ ਨੂੰ ਸੋਤੇ ਗਿਆਨ ਦੀ ਪ੍ਰਾਪਤੀ ਹੋ ਜਾਂਦੀ ਹੈ। ਗਿਆਨ 8 ਕੀਨ 8 ਸਾਧਨ ਬੈਰਾਗ ਵਿਵੇਕ ਖਟ ਸੰਮਤੀ ਮੋਖ ਇੱਛਾ ਸਰਵਣ ਮੰਨਣ ਅਧਿਆਸਨ ਤਤ ਤੁਮ ਪਾਦਾ ਸੁਸ਼ੋਧਨ। ਇਹ 8 ਨੇ। ਇਹਨਾਂ ਗੁਣਾਂ ਜਿਹੜੇ 8 ਗੁਣਾਂ ਦਾ ਇਸ਼ਨਾਨ ਦਾ ਸਦਕਾ ਇਹਨਾਂ ਦੇ ਵਿੱਚ ਇਸ਼ਨਾਨ ਹੋ ਜਾਂਦਾ ਹੈ। ਇਹ ਅੰਤਰੀਵ ਇਸ਼ਨਾਨ ਹੈ, ਬਾਹਰ ਦੀ ਗੱਲ ਨਹੀਂ ਇਸ਼ਨਾਨ ਦੀ। ਫਿਰ ਕੀ ਹੁੰਦਾ ਹੈ? 8 ਤਾਂ ਇੱਧਰ ਲਾ ਕੇ 60 ਸ਼ਬਦ ਰਹਿ ਗਿਆ। 60 ਨਾਮ ਮੂਰਖਤਾਈ ਦਾ ਹੁੰਦਾ ਹੈ। ਕਹਿੰਦੇ ਜਿਹੜੀ ਮੂਰਖਤਾਈ ਜੜਤਾ ਦੀ ਕਾਕੀਏ ਕਾਈ ਸੀ ਛਾਈ ਪੜਦਾ, ਉਹ ਨਹੀਂ ਰਹਿੰਦਾ। ਜਾਲਾ ਅਦਕ ਲਹਿ ਜਾਂਦਾ ਹੈ। ਕਾਈ ਜਾਲੇ ਨੂੰ ਕਹਿੰਦੇ ਨੇ, ਛੋਈ ਨੂੰ ਕਹਿੰਦੇ। ਸਰਵਣ ਮੰਨਣ ਆਦਿ ਜਿਹੜੇ ਇਹ ਸਾਧਨ, ਉਹ ਨਿਜ ਸਰੂਪ ਜਾਣੇ ਤੋਂ ਬਿਨਾਂ ਇਹ ਕਾਈ ਦੂਰ ਨਹੀਂ ਹੁੰਦੀ ਹੈ। ਗਿਆਨ, ਉਹਦਾ ਗਿਆਨ ਜਨ ਨਾਨਕ ਬਿਨ ਆਪਾ ਚੀਨੈ ਮਿਟੇ ਨਾ ਭਰਮ ਕੀ ਕਾਈ। ਇਹ ਉਸ ਵਾਹਿਗੁਰੂ ਦੇ ਨਾਮ ਸੁਣ ਕਰਕੇ 68 ਤੀਰਥਾਂ ਦੇ ਇਸ਼ਨਾਨ ਦਾ ਫਲ ਉਹਨੂੰ ਉੱਥੇ ਬੈਠਾ ਮਿਲਣਾ। ਜਾਂ ਜਿਨ੍ਹਾਂ ਨੇ ਭਾਈ ਨਾਮ ਸਰਵਣ ਕੀਤਾ ਉਹਨਾਂ ਦੇ ਤੀਰਥ ਇਸ਼ਨਾਨ ਵੀ ਸਫਲ ਹਨ। ਉਹਨਾਂ ਦਾ ਸਰਵਣ ਮੰਨਣ ਵਰਗੇ ਸਾਧਨ ਵੀ ਉਹਨਾਂ ਦੇ ਸਫਲੇ ਹੋ ਗਏ। ਤੀਰਥਾਂ 'ਤੇ ਨਹਾਉਣ ਦੇ ਨਾਲ ਸਰੀਰ ਦੀ ਸਫਲਤਾ ਨਹੀਂ ਹੈਗੀ। ਇਸ ਤਰ੍ਹਾਂ ਤੀਰਥਾਂ 'ਤੇ ਨਹਾਉਣ ਦੇ ਨਾਲ ਤਾਂ ਹੀ ਸਫਲਾ ਹੈ ਜੇਕਰ ਸਰਵਣ ਵਰਗੇ ਗੁਣਾਂ ਦਾ ਧਾਰਨ ਹੋਵੇ, ਨਹੀਂ ਤਾਂ ਤਨ ਧੋਤੇ ਮਨ ਹੱਚਾ ਨਾ ਹੋਏ। ਗੁਣ ਧਾਰਨ ਕਰਨ ਦੇ ਨਾਲ ਹੈ। ਅਤੇ ਇਹਦੇ ਨਾਲ ਹੀ ਇੱਕ ਇਤਿਹਾਸਕ ਹੋਰ ਤੱਥ ਹੈ
ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਇਲਾਹਾਬਾਦ ਤ੍ਰਿਵੇਣੀ 'ਤੇ ਗਏ ਹੈ, ਪਰਿਵਾਰ ਨਾਲ ਹੀ ਸੀ ਸਾਰਾ। ਉਸ ਵੇਲੇ ਮਾਤਾ ਨਾਨਕੀ ਜੀ 6ਵੇਂ ਪਾਤਸ਼ਾਹ ਦੇ ਮਹਿਲ ਗੁਰੂ ਤੇਗ ਬਹਾਦਰ ਸਾਹਿਬ ਦੇ ਸਤਿਕਾਰਯੋਗ ਜਗਤ ਮਾਤਾ ਜੀ ਬਿਰਧ ਹੋ ਗਏ ਸੀ ਬਹੁਤ। ਉੱਥੇ ਬੇਨਤੀ ਕੀਤੀ ਸੀ ਨਾ ਵੀ ਮੈਨੂੰ ਪੋਤਰਾ ਚਾਹੀਦਾ, ਉਹ ਲਹਿਦੇ ਪ੍ਰਸੰਨ। ਅਤੇ ਮਹਾਰਾਜ ਸਾਹਿਬ ਜੀ ਨੂੰ ਇੱਕ ਦਿਨ ਮਾਤਾ ਨੇ, ਗੁਰੂ ਸਾਹਿਬ ਨੇ ਪੁੱਛਿਆ ਹੋਊਗਾ ਵੀ ਮਾਤਾ ਸੰਗਤਾਂ ਦੀ ਆਵਾਜਾਈ ਰਹਿੰਦੀ ਹੈ, ਮੈਂ ਰੁੱਝਿਆ ਰਹਿੰਦਾ ਹਰ ਵੇਲੇ, ਮਾਂ ਮੇਰੀ ਕਦੇ ਇਹ ਨਾ ਸੋਚ ਮੈਂ ਤੇਰੇ ਕੋਲ ਬਹਿ ਨਹੀਂ ਅਤੇ ਸਮਾਂ ਨਹੀਂ ਹੁੰਦਾ। ਕਹਿੰਦੇ ਨਹੀਂ ਪੁੱਤਰ ਮੈਨੂੰ ਇਸ ਗੱਲ ਦਾ ਤਾਂ। ਕਹਿੰਦੇ ਅੱਛਾ ਵੀ ਅੱਜ ਇੰਨਾ ਕੁ ਸਮਾਂ ਮਿਲਿਆ, ਮੈਨੂੰ ਇਉਂ ਦੱਸੋ ਤੁਹਾਡੀ ਕੋਈ ਅਜਿਹੀ ਇੱਛਾ ਹੋਵੇ ਮਨ 'ਚ ਇਹ ਨਾ ਰੱਖ ਲਿਓ, ਜੇ ਤੁਹਾਡੀ ਪੋਤਰੇ ਤੋਂ ਬਿਨਾਂ ਕੋਈ ਹੋਰ ਇੱਛਾ ਉਹ ਵੀ ਦੱਸ ਦਿਓ। ਪੋਤਰੇ ਵਾਲੀ ਤਾਂ ਗੱਲ ਹੋ ਗਈ ਸੀ। ਗੁਰੂ ਕਲਗੀਧਰ ਪਾਤਸ਼ਾਹ ਤਹੀ ਪ੍ਰਕਾਸ਼ ਹਮਾਰਾ ਪਇਓ ਪਟਨਾ ਸ਼ਹਿਰ ਵਿੱਚ ਕਹਿਣ ਲੱਗੇ ਪੁੱਤਰ ਮੇਰੇ ਮਨ ਦੇ ਵਿੱਚ ਇੱਕ ਗੱਲ ਬੜੀ ਵਾਰ-ਵਾਰ ਘੁੰਮਦੀ ਰਹੀ, ਚੰਗਾ ਹੋਇਆ ਤੁਸੀਂ ਪੁੱਛਿਆ ਮਹਾਰਾਜ ਨੇ ਤਾਂ ਹੀ ਸੀ, ਅੰਤਰਜਾਮ ਤਾਂ ਨਾ ਸਮਝ ਲਿਆ ਸੀ ਵੀ ਮਾਤਾ ਦੇ ਅੰਦਰ ਕੀ ਹੈ। ਕਹਿੰਦੀ ਪੁੱਤਰ ਵੀ ਮੈਨੂੰ ਇਸ਼ਨਾਨ ਕਰਾ ਦਿਓ, ਵੀ ਮੈਂ ਗੰਗਾ 'ਚ ਇਸ਼ਨਾਨ ਕਰਨਾ ਚਾਹੁੰਦੀ ਹਾਂ ਤ੍ਰਿਵੇਣੀ 'ਚ। ਇਹ ਮੇਰੇ ਮਨ ਦੇ ਵਿੱਚ ਹੈ ਵੀ ਤੁਸੀਂ ਇੱਥੇ ਕਿਸੇ ਸਿੱਖ ਦੀ ਜ਼ਿੰਮੇਵਾਰੀ ਸਿੱਖ ਨੂੰ ਸੌਂਪ ਦਿਓ। ਬਹੁਤ ਸਾਰੇ ਸਿੱਖਾਂ ਦੇ ਘਰ ਵਾਲੀਆਂ ਨਾਲ ਨਾ ਬੀਬੀਆਂ ਨਾਲ ਚੱਲਣਗੀਆਂ, ਮੈਨੂੰ ਇਸ਼ਨਾਨ ਕਰਾ। ਕਹਿੰਦੇ ਮਾਤਾ ਬਿਰਧ ਅਵਸਥਾ ਤੇਰੀ, ਤੁਰ ਕੇ ਜਾਏਂਗੀ, ਹੋਰ ਖੇਚਲ ਹੋਊ, ਸਾਜਰੇ ਜਾਏਂਗੀ, ਪੈਰ ਨੂੰ ਕਿਤੇ ਠੋਡਾ ਲੱਗ ਜਾਊ, ਕਿਤੇ ਡਿੱਗ ਪੈ ਜੀ ਹੋਰ ਹੋਊ, ਇਹ ਫਿਰ ਮੇਰੇ ਲਈ ਸਹਿਨ ਨਹੀਂ ਹੋਊਗਾ ਵੀ ਮੈਂ ਤੇਰਾ ਲਾਇਕ ਪੁੱਤਰ ਨਹੀਂ ਹਾਂ, ਮਾਂ ਦੀ ਸੇਵਾ ਨਹੀਂ ਕਰ ਸਕਿਆ। ਨਾਲੇ ਇੱਕ ਮਾਤਾ ਹੋਰ ਗੱਲ ਹੈ ਵੀ ਦਲ ਭੰਜਨ ਗੁਰੂ ਸੂਰਮਾ, ਮੇਰਾ ਪਿਤਾ ਐਡਾ ਵੱਡਾ ਸੂਰਮਾ, ਐਡਾ ਬੜਾ ਪਰਉਪਕਾਰੀ, ਅਤੇ ਤੂੰ ਮੇਰੇ ਪਿਤਾ ਦੀ ਹੋਵੇਂ ਅਰਧੰਗਨੀ, ਚੰਗਾ ਨਹੀਂ ਲੱਗਦਾ ਵੀ ਤੂੰ ਤੀਰਥ 'ਤੇ ਜਾਵੇਂ। ਕਹਿੰਦੀ ਪੁੱਤਰ ਮੇਰਾ ਤਾਂ ਫੁਰਨਾ ਸੀ। ਕਹਿੰਦੇ ਜੇ ਫੁਰਨਾ ਬਣਿਆ ਫਿਰ ਗੰਗਾ ਤੇਰੇ ਕੋਲ ਚੱਲ ਕੇ ਆਵੇ, ਤੂੰ ਕਿਉਂ ਜਾਵੇਂ ਗੰਗਾ ਕੋਲ? ਇਹ ਗੁਰੂ ਨਾਨਕ ਦੇ ਘਰ ਦੀ ਮਹਾਨਤਾ ਹੈ, ਤੀਰ ਥੋੜ੍ਹੀ ਵੱਡੇ ਨੇ ਵੀ ਤੂੰ ਉੱਥੇ ਜਾਵੇਂ। ਕਹਿੰਦੀ ਪੁੱਤਰ ਕਈ ਵਾਰੀ ਤਾਂ ਨਾ ਤੇਰੀਆਂ ਗੱਲਾਂ ਮੇਰੇ ਸਮਝ ਨਹੀਂ ਆਉਂਦੀਆਂ। ਇਹ ਗੰਗਾ ਇੱਕ ਪਾਣੀ ਹੈ ਅਤੇ ਇਹ ਕਿਵੇਂ ਚੱਲ ਕੇ ਆ ਸਕਦਾ ਆਪਣੇ ਆਪ? ਕਹਿੰਦੇ ਮਾਤਾ ਸ਼ੰਕਾ ਨਾ ਕਰੇ, ਗੁਰੂ ਨਾਨਕ ਦਾ ਘਰ ਹੈ, ਇੱਥੇ ਸਭ ਕੁਝ ਹੋ ਜਾਂਦਾ। ਕਹਿੰਦੇ ਠੀਕ। ਕਹਿੰਦੇ ਜਦੋਂ ਇਸ਼ਨਾਨ ਦਾ ਵੇਲਾ ਹੋਊਗਾ ਗੁਰੂ ਨਾਨਕ ਦਾ ਧਿਆਨ ਕਰਕੇ ਗੁਰੂ ਹਰਗੋਬਿੰਦ ਸਾਹਿਬ ਤੱਕ, ਔਰ ਫਿਰ ਇਹ ਗੁਰੂ ਨਾਨਕ ਦੀ ਗੱਦੀ ਹੈ, ਤੂੰ ਗੁਰੂ ਨਾਨਕ ਦਾ ਧਿਆਨ ਧਰ ਕੇ ਕਹੀਂ ਕਿ ਮੈਂ ਇਸ਼ਨਾਨ ਕਰਨਾ, ਗੰਗਾ ਮੇਰੇ ਕੋਲ ਚੱਲ ਕੇ ਆ ਜਾਵੇ, ਗੰਗਾ ਜਮਨਾ ਗੋਦਾਵਰੀ ਮੇਰੇ ਕੋਲ ਚੱਲ ਕੇ ਆ ਜਾਣ, ਮੈਂ ਤ੍ਰਿਵੇਣੀ 'ਚ ਇਸ਼ਨਾਨ ਕਰਨਾ। ਮਾਤਾ ਨੇ ਅਰਦਾਸ ਕੀਤੀ ਅਤੇ ਪਾਣੀ ਦਾ ਸੋਮਾ ਧਰਤੀ ਦੇ ਵਿੱਚੋਂ ਫੁੱਟਿਆ। ਇਤਿਹਾਸ ਹੈ, ਵੱਡੀ ਸੰਗਤ ਗੁਰਦੁਆਰਾ ਅੱਜ ਵੀ ਕਾਂਸੀ ਵਿੱਚ ਜਾ ਕੇ ਦੇਖੋ, ਖੂਹੀ ਹੈ। ਜਿਵੇਂ ਦਿੱਲੀ ਦੇ ਅੰਦਰ ਬੰਗਲਾ ਸਾਹਿਬ ਗੁਰਦੁਆਰੇ ਚੂੜਾ ਲੈਂਦੇ ਆ ਅੰਮ੍ਰਿਤ ਕਹਿ ਕੇ, ਅੰਮ੍ਰਿਤਸਰ ਸਾਹਿਬ ਜਾਂਦੇ ਆ ਹਰ ਕੀ ਪੌੜੀ ਚੂੜਾ ਲੈਂਦੇ ਆ ਅੰਮ੍ਰਿਤ ਕਰਕੇ। ਲੋਕਾਂ ਨੂੰ ਪਾਣੀ ਦਿਸਦਾ ਹੋਊਗਾ, ਜਿਹੜੇ ਨਾਸਤਕ ਨਾ, ਇਹ ਪਾਣੀ ਨਹੀਂ ਹੈ, ਬਰਕਤਾਂ ਨਾ। ਫਿਰ ਤਾਂ ਕੱਲ੍ਹ ਨੂੰ ਭਾਈ ਜਦੋਂ ਪਤਾਸੇ ਪਾ ਕੇ ਪਹਿਲਾਂ ਤਾਂ ਪਾਣੀ ਹੁੰਦਾ ਹੈ, ਉਹ ਪਾਣੀ ਨੂੰ ਜਿਸ ਵੇਲੇ ਬਾਣੀ ਪੜ੍ਹੀ ਜਾਂਦੀ ਹੈ ਉਦੋਂ ਬਾਅਦ ਪਾਣੀ ਕਿਹਾ ਕਿਸੇ ਨੇ? ਫਿਰ ਅੰਮ੍ਰਿਤ ਸਰੋਵਰ ਨੂੰ ਵੀ ਕਿਵੇਂ ਪਾਣੀ ਕਿਹਾ ਜਾ ਸਕਦਾ ਹੈ? ਉਹ ਵੀ ਅੰਮ੍ਰਿਤ ਹੈ। ਨਹੀਂ ਤਾਂ ਫਿਰ ਖੰਡੇ ਬਾਟੇ ਦਾ ਅੰਮ੍ਰਿਤ ਹੈ ਟੇਢੇ ਢੰਗ ਨਾਲ। ਇਹ ਲੋਕ ਅਸਲ ਦੇ ਵਿੱਚ ਖੰਡਣ ਤਾਂ ਖੰਡੇ ਵਾਲੇ ਅੰਮ੍ਰਿਤ ਦਾ ਹੀ ਕਰਨਾ ਚਾਹੁੰਦੇ ਨੇ, ਗੱਲ ਹੋਰ ਪਾਸੇ ਸ਼ੁਰੂ ਕੀਤੀ ਹੈ। ਇਹਨਾਂ ਤਾਂ ਇਹ ਗੱਲ ਸਾਬਤ ਕਰਨੀ ਵੀ ਇਹ ਛਕਣ ਦੀ ਲੋੜ ਨਹੀਂ ਹੈ, ਸਿੱਖੀ ਨੂੰ ਤੋੜਨਾ ਹੈ। ਅਤੇ ਮਾਤਾ ਦੇ ਸੰਕਲਪ ਕਰਨ ਤੋਂ ਪਾਣੀ ਜਿੱਥੇ ਪ੍ਰਗਟ ਹੋਇਆ ਉੱਥੇ ਖੂਹੀ ਲੱਗੀ ਵੀ ਅੱਜ, ਉੱਥੇ ਅੰਮ੍ਰਿਤ ਕਹਿੰਦੇ ਨੇ ਉਹਨੂੰ, ਅੰਮ੍ਰਿਤ ਲੈਂਦੇ ਆ। ਆਕਾਸ਼ਬਾਣੀ ਹੋਈ, ਜਗਤ ਮਾਤਾ ਇਸ਼ਨਾਨ ਕਰ ਲਿਆ। ਮਾਤਾ ਨੇ ਪੁੱਛਿਆ ਕੌਣ ਹੈ? ਕਹਿੰਦੇ ਮਾਤਾ ਮੈਂ ਗੰਗਾ ਜਮਨਾ, ਅਸੀਂ ਸਾਰੇ ਤੇਰੀ ਸੇਵਾ ਕਰਨ ਵਾਸਤੇ ਆ ਗਏ ਹਾਂ। ਤੇਰਾ ਪੁੱਤਰ ਜਗਤ ਗੁਰੂ ਹੈ, ਉਹਦਾ ਹੁਕਮ ਹੋਇਆ ਗੁਰੂ ਨਾਨਕ ਦਾ, ਤੇਰਾ ਇਸ਼ਨਾਨ ਕਰਾਉਣ ਆਏ ਹਾਂ। ਸੁਣਿਆ 68 ਕਾ ਇਸ਼ਨਾਨ, ਘਰ ਬੈਠਿਆਂ ਹੋ ਜਾਂਦਾ ਹੈ। ਸੋ ਆਓ ਹੁਣ ਆਪਾਂ ਹੋਰ ਅਰਥਾਂ ਦਾ ਆਨੰਦ ਬਾਣੀ। ਇਹ ਇਤਿਹਾਸਕ ਘਟਨਾਵਾਂ ਜਿਹੜੀਆਂ ਨੇ, ਇਹ ਜਿਹੜੇ ਛੋਟੀ ਉਮਰ ਦੇ ਬੱਚੇ ਨੇ, ਉਹਨਾਂ ਨੂੰ ਵੀ ਸਮਝ ਆ ਜਾਵੇ
ਇਹੋ ਜਿਹਾ ਗਿਆਨ ਕੱਲਾ ਜਿਹੜਾ ਕਿਸੇ ਦੀ ਵੀ ਸਮਝ ਨਾ ਆਵੇ ਜਾਂ ਕਿਸੇ ਦੇ ਸਮਝ ਆਵੇ, ਤੇ ਇਹ ਵੀ ਨਹੀਂ। ਇਹਦੇ ਨਾਲ ਨਾਲ ਵਿਚਾਰ ਨੂੰ, ਗੁਰਬਾਣੀ ਦੇ ਇਹਨਾਂ ਤੁਕਾਂ ਨੂੰ ਇਉਂ ਖੋਲ੍ਹਦੇ ਜਾਈਏ ਜਿਹੜਾ ਅਣਜਾਣਾਂ ਦੇ ਵੀ ਸਮਝ ਆ ਜਾਵੇ। ਇਹ ਸ਼ਿਕਾਇਤ ਨਾ ਵੀ ਮੈਨੂੰ ਤਾਂ ਬਿਲਕੁਲ ਹੀ ਨਹੀਂ ਪਤਾ ਲੱਗਿਆ, ਕਿਉਂਕਿ ਗਿਆਨ ਨਾਲ ਗੱਲ ਨਹੀਂ ਢੂੰਢੀ ਹੈ, ਕਥਨਾ ਕਰੜ ਸਾਰ, ਹੌਲੀ ਹੌਲੀ ਅਵਸਥਾ ਬਣ ਜਾਏਗੀ। ਹੁਣ ਅੱਗੇ ਦੱਸਦੇ ਨੇ ਮਹਾਰਾਜ ਸਾਹਿਬ ਜੀ, ਗੁਰੂ ਦੀ ਜਦੋਂ ਕਿਰਪਾ ਹੁੰਦੀ ਹੈ, ਗੁਰ ਪ੍ਰਸਾਦੀ ਵਿਦਿਆ ਵਿਚਾਰ ਹੈ, ਪੜ੍ਹ ਪੜ੍ਹ ਪਾਵੈ ਮਾਨ। ਤੇ ਮਹਾਰਾਜ ਸਾਹਿਬ ਜੀ ਹੁਣ ਅੱਗੇ ਦੱਸਣਗੇ ਜੀ, ਸੁਣਿਐ ਪੜ੍ਹ ਪੜ੍ਹ ਪਾਵਹਿ ਮਾਨ। ਹੁਣ ਇਸ ਤੋਂ ਅੱਗੇ ਸੁਣਨ ਦੀ ਗੱਲ ਦੇ ਨਾਲ ਤੇ ਸੁਣਨ ਦੇ ਮਹਾਤਮ ਦੇ ਵਿੱਚ ਮਹਾਰਾਜ ਕਹਿੰਦੇ ਨੇ, ਸੁਣ ਕੇ ਵੇਦਾਂ ਸ਼ਾਸਤਰਾਂ ਨੂੰ ਪੜ੍ਹ ਕੇ ਮਾਨ ਸਤਿਕਾਰ ਪਾਵੈ ਪਾਉਂਦੇ ਨੇ। ਪਹਿਲਾਂ ਸੁਣਿਆ ਤਾਂ ਹੀ ਪੜ੍ਹੇ ਹੋ। ਜਿਹੜੇ ਪ੍ਰਭੂ ਦੇ ਨਾਮ ਨੂੰ ਸੁਣਿਆ ਕਿ ਸੁਣਦੇ ਨੇ, ਉਹ ਪਲ ਪਲ ਦੇ 'ਚ ਪੜ੍ਹਦਾ ਸੀ। ਪਲ ਪਲ ਵੀ ਕਿਹਦਾ ਸੰਕੇਤੀ ਆਖਦੇ ਨੇ, ਭਾਵ ਹਰ ਸਮੇਂ ਮਾਨ ਸਤਿਕਾਰ ਪਾਵੇ ਪਾਉਂਦੇ ਨੇ। ਉਸ ਵਾਹਿਗੁਰੂ ਦੇ ਨਾਮ ਨੂੰ ਸੁਣਿਆ ਸੁਣ ਕਰਕੇ ਅਵਿਦਿਆ ਦੇ ਪੜ੍ਹਦੇ ਨੂੰ ਪਾੜ ਦਿੰਦੇ ਆ। ਮਾਨ ਮੰਨਣ ਗਿਆਨ ਇਹਨੂੰ ਪ੍ਰਾਪਤ ਕਰ ਲੈਂਦੇ ਨੇ। ਨਾਮ ਨੂੰ ਪੜ੍ਹਨ ਵਾਲੇ ਜਾਂ ਪੜ੍ਹਾਉਣ ਵਾਲੇ ਤੇ ਨਾਮ ਨੂੰ ਕਿਵੇਂ ਪੜ੍ਹਦੇ ਆ? ਜਦੋਂ ਕੋਈ ਵਾਹਿਗੁਰੂ ਵਾਹਿਗੁਰੂ ਕਹਿੰਦਾ, ਬੁੱਲ ਹਿਲਦੇ ਨੇ, ਉਹ ਪਤਾ ਨਹੀਂ ਲੱਗਦਾ ਕੀ ਹੈ। ਉਹ ਕਹਿੰਦਾ ਆਹ ਕੀ ਪੜ੍ਹਦਾ ਤੂੰ, ਕੀ ਪੜ੍ਹ ਰਿਹਾ, ਇਸ ਤਰ੍ਹਾਂ ਦਾ ਭਾਵ ਹੈ। ਜਾਂ ਫਿਰ ਨਾਮ ਨੂੰ ਅੱਗੇ ਜਦੋਂ ਕੋਈ ਜਪਾਉਂਦਾ ਹੈ, ਉਹ ਨਾਮ ਪੜ੍ਹਾਉਂਦਾ ਹੈ, ਜਾਣੀ ਪੜ੍ਹ ਤੋਂ ਇਹਦੇ 'ਤੇ ਕੋਈ ਸ਼ੰਕਾ ਨਹੀਂ ਵਰਦੀ। ਨਾਮ ਨੂੰ ਸੁਣਿਆ ਪੜ੍ਹ ਪਾਵੇ ਮਾਨ, ਉਹ ਮਾਨ ਇੱਜ਼ਤ ਸਤਿਕਾਰ ਪਾ ਲੈਂਦੇ ਨੇ, ਜਾਂ ਮਾਨ ਮੰਨਣ ਗਿਆਨ ਪਾ ਲੈਂਦੇ ਨੇ। ਤੋ ਇਸ ਕਰਕੇ ਸੁਣ ਕਰਕੇ ਹੀ ਮਾਨ ਅਧਿਕਾਰ, ਉਹਨਾਂ ਨੂੰ ਸਤਿਕਾਰ ਪ੍ਰਾਪਤ ਹੋਇਆ ਹੈ। ਪ੍ਰਭੂ ਦੇ ਨਾਮ ਨੂੰ ਸੁਣਿਆ ਸੁਣਨ ਵਾਲੇ ਜਗਿਆਸੂ, ਕਾਰਨ ਸੂਖਮ ਅਸੂਲ ਤਿੰਨਾਂ ਦੇਹਾਂ ਦੇ ਅਧਿਆਸ ਦਾ ਜਿਹੜਾ ਪੜ੍ਹਦਾ ਹੈ, ਉਹਨਾਂ ਨੂੰ ਪਾੜ ਦਿੰਦੇ। ਜੀਵ ਈਸ਼ਵਰ ਦੇ ਵਿਚਕਾਰ ਜਿਹੜਾ ਭੇਦ ਦਾ ਪੜਦਾ ਸੀ, ਉਹਨਾਂ ਨੂੰ ਪਾੜ ਕੇ ਪ੍ਰਭੂ ਦੇ ਮਾਨ ਕੀਏ ਮੰਨਣ ਗਿਆਨ ਨੂੰ ਪਾਵਹਿ ਪਾਉਂਦੇ ਨੇ। ਤੇ ਵਾਹਿਗੁਰੂ ਦੀ ਉਪਮਾ ਕਰਨ ਵਾਲੇ ਧਰਮ ਗ੍ਰੰਥ ਵੇਦ ਸ਼ਾਸਤਰ ਜਿੰਨੇ ਵੀ ਹਨ, ਪੜ੍ਹ ਕੇ ਮਾਨ ਆਦਰ ਨੂੰ ਪਾਵੇ ਪਾਉਣਾ ਕਰਦੇ ਨੇ। ਨਾਮ ਨੂੰ ਸੁਣਿਆ ਸੁਣ ਕਰਕੇ, ਸੁਣਨ ਵਾਲੇ ਪ੍ਰਭੂ ਦਾ ਨਾਮ ਸਰਵਣ ਕਰਕੇ ਹੀ ਵੇਦ ਸ਼ਾਸਤਰ ਗ੍ਰੰਥ ਉਹਨਾਂ ਦੇ ਪੜ੍ਹੇ ਹੋਏ ਸਫਲੇ ਹੁੰਦੇ ਨੇ, ਜਿਸ ਕਾਰਨ ਮਨੁੱਖ ਜਿਹੜਾ ਲੋਕ ਪਰਲੋਕ ਦੇ ਆਦਰ ਪਾਉਂਦਾ ਹੈ। ਤੋ ਇਸ ਪ੍ਰਕਾਰ ਕਹਿੰਦੇ ਹਨ ਜੀ, ਸੁਣਿਐ ਲਾਗੈ ਸਹਿਜ ਧਿਆਨ। ਪਰਮੇਸ਼ਵਰ ਦਾ ਨਾਮ ਸੁਣਨ ਦੇ ਨਾਲ ਕੀ ਪ੍ਰਾਪਤ ਹੁੰਦਾ ਹੈ? ਸਹਿਜ ਨਾਮ ਆਤਮ ਪਦ ਹੈ। ਜਿਹੜਾ ਧਿਆਨ ਜੁੜਦਾ ਨਹੀਂ, ਇਕਾਗਰਤਾ ਨਹੀਂ ਬਣਦੀ। ਕਥਾ ਸੁਣਦੇ ਇਕਾਗਰਤਾ ਬਣਨ ਲੱਗ ਜਾਂਦੀ ਹੈ। ਕਥਾ ਦੇ ਵਿੱਚ ਇਕਾਗਰਤਾ ਬਣਨ ਦਾ ਸੁਭਾਅ ਪੈਦਾ ਹੁੰਦਾ ਹੈ। ਉਹ ਇਕਾਗਰਤਾ ਜਦੋਂ ਸੁਭਾਅ ਦੇ ਰੂਪ ਵਿੱਚ ਤਬਦੀਲ ਹੋ ਗਈ, ਫਿਰ ਜਦੋਂ ਇੱਕ ਸ਼ਬਦ ਦਾ ਚਿੰਤਨ ਅਭਿਆਸੀ ਕਰਦਾ ਹੈ ਤਾਂ ਸੁਤੇ ਸਿੱਧੇ ਧਿਆਨ ਲੱਗਣ ਲੱਗ ਜਾਂਦਾ। ਪਹਿਲਾਂ ਸੁਣਿਆ ਲੱਗੇ ਸਹਿਜ ਧਿਆਨ, ਆਤਮ ਪਦ ਦੇ ਸਰੂਪ ਦੇ ਵਿੱਚ ਸੁਤੇ ਸਿੱਧ ਧਿਆਨ ਲੱਗ ਜਾਂਦਾ। ਸਰਵਣ ਕਰਨ ਵਾਲਿਆਂ ਨੂੰ ਫਿਰ ਮੂਰਤੀਆਂ ਦਾ, ਭਾਵੇਂ ਕਾਠ ਦੀਆਂ ਨੇ, ਭਾਵੇਂ ਪੱਥਰ ਦੀਆਂ ਨੇ, ਭਾਵੇਂ ਕਾਚ ਦੇ, ਉਹ ਸਾਹਮਣੇ ਰੱਖ ਕੇ ਧਿਆਨ ਧਰਨ ਦੀ ਲੋੜ ਨਹੀਂ ਪੈਂਦੀ। ਸੁਤੇ ਸਿੱਧੇ ਹੀ ਉਹਨਾਂ ਦਾ ਧਿਆਨ ਲੱਗ ਜਾਂਦਾ। ਇਹ ਉਹਨਾਂ ਦੇ ਧਿਆਨ ਦੀ ਅਵਸਥਾ ਨਾਮ ਨੂੰ ਸੁਣਨ ਕਰਕੇ। ਤੇ ਸੁਤੇ ਸਿੱਧ ਸਹਿਜ ਕੀ ਹੈ? ਗਿਆਨ, ਜਾਂ ਸਹਿਜ ਨਾਮ ਸ਼ਾਂਤੀ ਦਾ, ਸ਼ਾਂਤੀ ਪ੍ਰਾਪਤ ਹੋ ਜਾਂਦੀ ਹੈ। ਨਾਏ ਸੁਣਿਐ ਸਹਿਜ ਉਪਜੈ, ਸਹਿਜੇ ਸੁਖ ਪਾਵੈ। ਫਿਰ ਉਹਦੇ ਨਾਲ ਸਹਿਜੇ ਸੁਤੇ ਸਿੱਧ ਸੁਖ ਪਾਉਂਦਾ। ਵਾਹਿਗੁਰੂ ਦਾ ਨਾਮ ਸੁਣ ਕਰਕੇ ਨਿਰਗੁਣ ਵਾਹਿਗੁਰੂ ਜਿਹੜਾ ਹੈ, ਉਹਦੇ ਸਹਿਜ ਗਿਆਨ ਅਤੇ ਸਰਗੁਣ ਦਾ ਜੋ ਸਤਿਗੁਰੂ ਸਰੂਪ ਦਾ ਧਿਆਨ, ਉਹ ਸੁਤੇ ਸਿੱਧੇ ਲੱਗ ਜਾਂਦਾ। ਜਿਵੇਂ ਭਾਈ ਗੋਂਦੇ ਦਾ ਲੱਗਿਆ, ਸਿਮਰਨ ਕਰਦਿਆਂ ਕਰਦਿਆਂ ਨਾਮ ਦੀ ਸਹਿਜ ਧੁਨ ਅੰਦਰ ਤੋਂ ਪੈਦਾ ਹੋ ਜਾਂਦੀ ਹੈ। ਉਹ ਧੁਨੀ ਨੂੰ ਸਹਿਜ ਸ਼ਾਂਤੀ ਪ੍ਰਾਪਤ ਹੁੰਦੀ ਹੈ, ਸੰਤੋਖ ਪ੍ਰਾਪਤ ਹੁੰਦਾ ਹੈ, ਸਹਿਜ ਅਵਸਥਾ ਪ੍ਰਾਪਤ ਹੋ ਜਾਂਦੀ ਹੈ। ਰਸਨਾ ਗੁਣ ਗੋਪਾਲ ਨਿਦ ਗਾਇਨ, ਸਾਂਤ ਸਹਿਜ ਰਹਿਸ ਮਨ ਉਪਜਿਓ, ਸਗਲੇ ਦੁਖ ਪਲਾਇਣ। ਪਲਾਇਣ ਨਾ ਹੁੰਦਾ ਹੈ ਦੌੜਨ ਦਾ। ਸਾਰੇ ਦੁੱਖ
ਦੌੜ ਜਾਂਦੇ ਨੇ, ਕੋਈ ਦੁੱਖ ਨਹੀਂ ਰਹਿੰਦਾ। ਸੁਤੇ ਸਿੱਧੀ ਸਹਿਜੇ ਧਮਾਦੀ ਸਮਾਧੀ ਲੱਗਦੀ ਹੈ। ਇਸ ਕਰਕੇ ਪਰਮੇਸ਼ਰ ਦੀ ਸਹਿਜ ਧੁਨ ਪ੍ਰਾਪਤ ਹੋਣੀ। ਨਾਮ ਹੈ ਜਿਹੜਾ ਧੁਨ ਰੂਪ ਦੇ ਵਿੱਚ ਬਣ ਕੇ ਸੁਰਤ ਵਿੱਚ ਨਾਮ ਦਾ ਉਚਾਰਨ ਆਪਣੇ ਆਪ। ਹੁਣ ਜਿਵੇਂ ਆਪਾਂ ਜੀਭ ਤੋਂ ਬੋਲਦੇ ਹਾਂ, ਫਿਰ ਇਹ ਜੀਭ ਨਹੀਂ ਹਿਲਦੀ। ਮਨ ਦੇ ਕੋਲ ਆਪਣੀ ਜੀਭ ਹੈਗੀ। ਤਨ ਦੀ ਜੀਭ ਦੇ ਨਾਲ ਬੰਦਾ ਹੋਰ ਗੱਲਾਂ ਕਰਦਾ, ਮਨ ਦੀ ਜੀਭ ਦੇ ਨਾਲ ਹੋਰ ਗੱਲਾਂ ਕਰਦਾ। ਇੱਕੋ ਟਾਈਮ ਤੇ ਦੋ ਗੱਲਾਂ ਕਿਵੇਂ ਕਰ ਲੈਂਦਾ? ਮਨ ਦੇ ਵਿੱਚ ਕੁਝ ਹੋਰ ਗੱਲਾਂ ਕਰਦਾ ਹੈ, ਜ਼ਬਾਨ ਨਾਲ ਕੁਝ ਹੋਰ ਗੱਲਾਂ ਕਰਦਾ ਹੈ, ਕਿਉਂਕਿ ਮਨ ਕੋਲ ਆਪਣੀ ਜੀਭ ਹੈ। ਤਨ ਦੀ ਜੀਭ ਨੂੰ ਚੁੱਪ ਕਰਾਇਆ ਜਾ ਸਕਦਾ ਹੈ। ਦੂਆ ਕਹਿੰਦਾ ਚੁੱਪ ਕਰ ਜਾਓ, ਚੁੱਪ ਕਰ ਜਾਓ। ਪਰ ਕੋਈ ਇਹੋ ਜਿਹਾ ਹੈਗਾ ਜਿਹੜਾ ਉਹਦੇ ਮਨ ਨੂੰ ਵੀ ਚੁੱਪ ਕਰਾ ਦੇਵੇ? ਉਹਨੂੰ ਨਹੀਂ ਕਰਾ ਸਕਦਾ। ਹੁਣ ਬੰਦਾ ਗਾਲਾਂ ਕੱਢਦਾ ਹੈ, ਉਹਨੂੰ ਡੰਡਾ ਦਿਖਾਤਾ ਵੀ ਚੁੱਪ ਕਰ ਜਾ, ਨਹੀਂ ਮੈਂ ਤੇਰੇ ਡੰਡਾ ਮਾਰੂ। ਗਾਲਾਂ ਕੱਢਣ ਤੇ ਹਟ ਗਿਆ, ਪਰ ਮਨ ਦੇ ਵਿੱਚ ਹੋ ਸਕਦਾ ਵੀ 20 ਗਾਲਾਂ ਹੋਰ ਕੱਢੀਆਂ ਹੋਣ ਉਹਨੇ। ਇਸੇ ਤਰ੍ਹਾਂ ਮਨ ਦੇ ਕੋਲ ਹੈ ਜੀਭ, ਮਨ ਦੇ ਕੋਲ ਆਪਣੇ ਕੰਨ ਨੇ, ਮਨ ਦੇ ਕੋਲ ਆਪਣੇ ਪੈਰ ਨੇ, ਮਨ ਦੇ ਕੋਲ ਆਪਣੇ ਹੱਥ ਨੇ ਜਿਹਨਾਂ ਨਾਲ ਫੜਦਾ। ਇਹ ਤਾਂ ਕਾਬੂ ਉਹ ਕਰਨ ਵਾਲਾ ਹੈ। ਜਦੋਂ ਮਨ ਦੁਆਰਾ ਨਾਮ ਦਾ ਚਿੰਤਨ ਹੋਣ ਲੱਗ ਜਾਵੇ, ਫਿਰ ਸਹਿਜੇ ਹੀ ਸੁਤੇ ਸਿੱਧ ਹੀ ਪਰਮੇਸ਼ਰ ਵਾਹਿਗੁਰੂ ਦੀ ਜਿਹੜੀ ਧੁਨ ਹੈ, ਧੁਨ ਮਹਿ ਧਿਆਨ, ਧਿਆਨ ਮਹਿ ਜਾਣਿਆ, ਗੁਰਮੁਖ ਅਕਥ ਕਹਾਣੀ ਹੋ ਜਾਂਦੀ ਹੈ ਫਿਰ। ਪਰ ਜੇ ਨਾਮ ਚਿੰਤਨ ਕੀਤਾ ਹੀ ਨਹੀਂ ਤੇ ਫਿਰ ਇਹ ਗੱਲਾਂ ਦੇ ਨਾਲ ਤਾਂ ਇਹ ਕੁਝ ਨਹੀਂ ਪ੍ਰਾਪਤ ਹੋਣਾ। ਤੋ ਇਸ ਕਰਕੇ ਜਿਹੜਾ ਨਾ ਸੇਵਾ ਥੋੜ੍ਹੀ, ਮੰਗਣ ਬਹੁਤਾ, ਕਰਨਾ ਕੱਖ ਵੀ ਨਹੀਂ, ਗੱਲਾਂ ਕਰਨੀਆਂ ਬ੍ਰਹਮ ਗਿਆਨ ਦੀਆਂ, ਐਵੇਂ ਨਹੀਂ ਹੁੰਦਾ। ਸੇਵਾ ਨਿਸ਼ਕਾਮ ਸੇਵਾ ਐਸੀ ਕਰਨੀ ਚਾਹੀਦੀ ਹੈ ਜਿਹਦੇ 'ਚ ਕਾਮਨਾ ਨਾ ਹੋਵੇ ਕੋਈ ਵੀ ਇੱਛਾ। ਮਨ ਸੁੱਧ ਹੁੰਦਾ ਚਲਾ ਜਾਂਦਾ ਹੈ। ਸੁੱਧ ਮਨ ਦੇ ਵਿੱਚ ਨਾਮ ਦਾ ਚਿੰਤਨ ਹੋਣਾ ਸ਼ੁਰੂ ਹੋ ਜਾਂਦਾ ਹੈ ਅਤੇ ਫਿਰ ਸਹਿਜ ਦੇ ਵਿੱਚ ਧਿਆਨ ਲੱਗਦਾ ਹੈ। ਭਾਈ ਗਾਉਂਦਾ ਹੋਇਆ ਇਤਿਹਾਸ ਦੇ ਵਿੱਚ ਬੜੀ ਰਸਦਾਇਕ ਸਾਖੀ ਹੈ। ਗੁਰੂ ਹਰਿਰਾਏ ਸਾਹਿਬ ਕੀਰਤਪੁਰ ਸਾਹਿਬ ਦੇ ਵਿੱਚ ਅਵਸਥਾ ਜਦੋਂ ਗਾਉਂਦੇ ਦੀ ਐਨ ਉੱਚੀ ਅਵਸਥਾ ਹੋ ਗਈ। ਇੱਕ ਦਿਨ ਮਹਾਰਾਜ ਕਹਿੰਦੇ, ਭਾਈ ਗਾਉਂਦਾ ਜੀ, ਹਾਂ ਮਹਾਰਾਜ, ਕਹਿੰਦੇ ਨਰਦਾਂ ਪੁੱਗ ਗਈਆਂ। ਮਹਾਰਾਜ ਮੈਂ ਸਮਝਿਆ ਨਹੀਂ। ਕਹਿੰਦੇ ਹੁਣ ਜੋ ਕੁਛ ਕਰਨਾ ਸੀ ਉਹ ਤਾਂ ਕਰ ਲਿਆ ਤੈਂ, ਬ੍ਰਹਮ ਗਿਆਨੀ ਤੂੰ ਬਣ ਗਿਆ, ਅਤੇ ਹੁਣ ਤੂੰ ਐਂ ਕਰ, ਗੁਰੂ ਨਾਨਕ ਦੇ ਸਿੱਖੀ ਦਾ ਪ੍ਰਚਾਰ ਕਰ। ਪ੍ਰਚਾਰ ਸਿੱਖ ਉਹੀ ਕਰ ਸਕਦਾ ਜਿਹੜਾ ਆਪ ਜਪੈ ਅਵਰਹਿ ਨਾ, ਆਪ ਜਪਦਾ ਹੋਵੇ। ਹੁਣ ਤੇਰੀ ਰਸਨਾ 'ਚ ਬਰਕਤ ਹੋ ਗਈ। ਮਹਾਰਾਜ ਜੋ ਗਰੀਬ ਨਵਾਜ਼ ਹੁਕਮ ਹੈ, ਕਹਿੰਦੇ ਕਾਬਲ ਵਿੱਚ ਚਲੇ ਜਾ। ਭਾਈ ਗਾਉਂਦਾ ਕਾਬਲ ਚਲਾ ਗਿਆ। ਉੱਥੇ ਜਾ ਕੇ ਸਭ ਤੋਂ ਪਹਿਲਾਂ ਜਿਹੜੇ ਕਾਬਲ ਦੀ ਸੰਗਤ ਸੀ, ਅੱਜ ਵੀ ਕਾਬਲ ਦੇ ਸਿੱਖ ਨੇ ਜਿਹੜੇ, ਜਦੋਂ ਕਿਤੇ ਮਿਲਦੇ ਆ ਨਾ ਤਾਂ ਬੜਾ ਮਨ ਆਨੰਦ ਪ੍ਰਾਪਤ। ਐਡੀ ਸਿੱਖੀ ਕਾਬਲ ਵਾਲਿਆਂ 'ਤੇ ਅੱਜ ਵੀ ਹੈ। ਚਲੋ ਹੁਣ ਤਾਂ ਵਕਤ ਹੀ ਐਸਾ ਹੋ ਗਿਆ, ਉੱਧਰੋਂ ਉੱਜੜ ਕੇ ਬਾਹਰਲੇ ਮੁਲਕਾਂ ਜਾਣਾ ਪੈ ਗਿਆ, ਸਮੇਂ ਦੇ ਹਾਲਾਤ। ਭਾਈ ਸਾਹਿਬ ਨੇ ਜਾ ਕੇ ਧਰਮਸਾਲ ਬਣਾਈ, 2 ਵੇਲੇ ਕਥਾ ਕੀਰਤਨ ਸ਼ੁਰੂ ਕਰਾਇਆ। ਮਹਾਰਾਜ ਨੇ ਕਿਹਾ ਸੀ ਜਿਹੜੀ ਰਸਤ ਬਸਤ ਆਵੇ ਮੇਰੇ ਕੋਲ ਲਿਆਉਣ ਦੀ ਲੋੜ ਨਹੀਂ, ਉੱਥੇ ਹੀ ਲੰਗਰ ਲਾ ਦੇ ਮੇਰੇ ਨਾਂ ਦਾ। ਭਾਈ ਸਾਹਿਬ ਨੇ ਲੰਗਰ ਲਾ ਦਿੱਤਾ। ਹੱਥੀਂ ਸੇਵਾ ਹੋਣ ਲੱਗੀ, ਦਾਨ ਹੋਣ ਲੱਗਾ, ਗਰੀਬ ਗੁਰਬੇ ਛਕਣ ਲੱਗੇ, ਨਾਮ ਦੀ ਪ੍ਰਵਾਹ ਚੱਲ ਪਿਆ। ਅਤੇ ਭਾਈ ਸਾਹਿਬ ਜੀ ਬਹੁਤ ਹੀ ਨਾਮ ਅਭਿਆਸੀ, ਇੰਨੀ ਇਕਾਗਰਤਾ ਬਣਦੀ ਗੁਰੂ ਦੀ ਕਿਰਪਾ ਹੋ ਗਈ। ਅਤੇ ਗੁਰੂ ਦੇ ਸਰੂਪ ਦਾ ਧਿਆਨ ਧਰ ਕੇ ਨਾ, ਉਹ ਫਿਰ ਮੂਰਤੀਆਂ ਦੇ ਧਿਆਨ ਦੀ ਲੋੜ ਨਹੀਂ ਪੈਂਦੀ। ਗੁਰੂ ਦੇ ਸਰੂਪ ਦਾ ਮਨ ਦੇ ਵਿੱਚ ਇੱਕ ਮੂਰਤੀ, ਗੁਰ ਕੀ ਮੂਰਤ ਮਨ ਮਹਿ ਧਿਆਨ। ਹੁਣ ਭਾਈ ਸੰਤੋਖ ਸਿੰਘ ਨੇ ਲਿਖਿਆ ਹੈ, ਭਾਈ ਗਾਉਂਦਾ ਗੁਰ ਭਗਤ ਗੁਰਮੂਰਤ ਕੋ ਧਿਆਨ, ਦਰਸ਼ਨ ਹਿਰਦੇ ਮਹਿ ਸਦਾ ਨੇਮ ਇਮ ਜਾਨ। ਇਹਦਾ ਨੇਮ ਸੀ ਨਿਤ ਗੁਰੂ ਦੇ ਦਰਸ਼ਨ। ਉੱਥੇ ਬੈਠਾ ਹੋਇਆ ਕੀਰਤਪੁਰ ਸਾਹਿਬ ਬੈਠੇ ਗੁਰੂ ਦੇ ਦਰਸ਼ਨ ਧਿਆਨ ਦੁਆਰਾ ਕਰ ਲੈਂਦਾ ਸੀ। ਔਰ ਮਹਾਰਾਜ ਇੱਥੇ, ਮਹਾਰਾਜ ਨੂੰ ਪਤਾ ਲੱਗ ਜਾਂਦਾ ਸੀ ਵੀ ਇਹ ਸਿੱਖ ਹੁਣ ਮੇਰੇ ਦਰਸ਼ਨ ਕਰ ਰਿਹਾ। ਚਲੋ ਪਲ 2 ਪਲ ਉਹਨਾਂ ਚਿਰ ਮਹਾਰਾਜ ਅਡੋਲ ਬੈਠੇ ਰਹਿੰਦੇ ਸੀ। ਅਤੇ ਇੱਕ ਦਿਨ ਐਸਾ ਹੋਇਆ, ਭਾਈ ਗਾਉਂਦਾ ਜੀ ਇਸ਼ਨਾਨ ਕਰਕੇ ਜਪਜੀ ਸਾਹਿਬ ਦਾ ਪਾਠ ਸਮਾਪਤ ਕਰ ਲਿਆ ਅਤੇ ਗੁਰੂ ਸਾਹਿਬ ਦੇ ਚਰਨਾਂ ਦਾ ਧਿਆਨ ਧਰ ਕੇ ਅਡੋਲ ਅਵਸਥਾ ਵਿੱਚ ਬੈਠਾ ਰਿਹਾ। ਅਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਕੀਰਤਪੁਰ ਸਾਹਿਬ ਅੰਮ੍ਰਿਤ ਵੇਲੇ ਦਾ ਦੀਵਾਨ ਸਜਿਆ ਹੋਇਆ ਸੀ। ਅਤੇ ਉਸ ਦੀਵਾਨ ਦੇ ਵਿੱਚ ਮਹਾਰਾਜ
ਪੌ ਫਟਾਲੇ ਤੋਂ ਬਾਅਦ ਜਦੋਂ ਦਿਨ ਚੜ੍ਹ ਗਿਆ, ਸਾਰੇ ਸਿੱਖ ਨਿਤਨੇਮ ਤੋਂ ਆਪਣਾ ਨਿਤਨੇਮ ਕਰਕੇ ਆਸਾ ਦੀ ਵਾਰ ਦੇ ਵਿੱਚ ਇਕੱਠੇ ਹੁੰਦੇ। ਦੀਵਾਨ ਦੀ ਸਮਾਪਤੀ ਦੇ ਮਹਾਰਾਜ ਫਿਰ ਸੂਰਜ ਚੜ੍ਹਦੇ ਆਪ ਦਰਸ਼ਨ ਦਿੰਦੇ, ਨਿਜ ਸਰੂਪ ਦੇ ਧਿਆਨ ਤੋਂ ਵਿਹਲੇ ਹੋ ਕੇ ਮਹਾਰਾਜ ਜੀ ਬੈਠ ਗਏ। ਉਧਰ ਗੋਂਦੇ ਨੇ ਜਪਜੀ ਸਾਹਿਬ ਤੋਂ ਬਾਅਦ ਮਹਾਰਾਜ ਸਾਹਿਬ ਜੀ ਦਾ ਚਰਨਾਂ ਦਾ ਧਿਆਨ ਧਰ ਲਿਆ, ਗੁਰੂ ਦੇ ਸਰੂਪ ਦਾ ਧਿਆਨ ਧਰ ਲਿਆ, ਤੇ ਅੰਮ੍ਰਿਤ ਵੇਲੇ ਸਿੰਘਾਸਨ ਦੇ ਬੈਠੇ ਸਤਿਗੁਰੂ ਰਾਗੀਆਂ ਨੇ ਕੀਰਤਨ ਕੀਤਾ। ਦੀਵਾਨ ਦੀ ਸਮਾਪਤੀ ਰਾਗੀਆਂ ਨੇ ਸਮੇਂ ਸਿਰ ਕਰ ਦਿੱਤੀ ਤੇ ਮਹਾਰਾਜ ਉੱਠੇ ਨਹੀਂ, ਤੇ ਸਮਾਂ ਲੰਘ ਗਿਆ, 2 ਪਹਿਰ ਲੰਘ ਗਏ ਤੇ ਮਹਾਰਾਜ ਉੱਠੇ ਨਹੀਂ। 2 ਪਹਿਰ ਕਿਤੇ ਥੋੜ੍ਹੇ ਹੁੰਦੇ, ਪਹਿਲਾਂ 1 ਪਹਿਰ ਲੰਘਿਆ, 3 ਘੰਟੇ ਹੋ ਗਏ ਮਹਾਰਾਜ ਨਹੀਂ ਉੱਠੇ। ਲਾਂਗਰੀ ਨੇ ਆ ਕੇ ਦੇਖਿਆ ਵੀ ਮਹਾਰਾਜ ਚਲੋ 1 ਪਹਿਰ ਹੋਰ ਲੰਘਿਆ, 6 ਘੰਟੇ ਹੋ ਗਏ, ਮਹਾਰਾਜ ਫੇਰ ਨਹੀਂ ਉੱਠੇ। ਤੇ ਸੰਗਤਾਂ ਵੀ ਬੜੀਆਂ ਹੈਰਾਨ ਸੀ, ਕਹਿ ਵੀ ਨਹੀਂ ਸੀ ਸਕਦੇ। ਲਾਂਗਰੀ ਨੇ ਫਿਰ ਆ ਕੇ ਬੇਨਤੀ ਕਰ ਦਿੱਤੀ, ਗਰੀਬ ਨਵਾਜ਼ ਲੰਗਰ ਤਿਆਰ ਹੈ, ਸੰਗਤ ਨਹੀਂ ਸਕਦੀ ਆਪ ਤੋਂ ਬਿਨਾਂ, ਲੰਗਰ ਮਹਾਰਾਜ ਠੰਡਾ ਹੋ ਰਿਹਾ ਹੈ। ਮਹਾਰਾਜ ਬੋਲੇ ਹੀ ਨਹੀਂ, ਨਾ ਉੱਠੇ ਨਾ ਬੋਲੇ, ਚਲਿਆ ਗਿਆ। ਕਹੇ ਭਾਈ ਭਾਣਾ ਮਹਾਰਾਜ ਦਾ। 1 ਪਹਿਰ ਹੋਰ ਲੰਘਿਆ, 9 ਘੰਟੇ ਹੋ ਗਏ ਮਹਾਰਾਜ ਨੂੰ ਬੈਠਿਆਂ ਨੂੰ, ਤੇ 4 ਘੜੀਆਂ ਦਿਨ ਛਿਪਣ ਦੇ ਵਿੱਚ ਰਹਿੰਦਾ ਸੀ। 1 ਘੰਟਾ 36 ਮਿੰਟ ਰਹਿੰਦੇ ਸੀ ਦਿਨ ਛਿਪਣ ਦੇ ਵਿੱਚ। ਫਿਰ ਮਹਾਰਾਜ ਉੱਠੇ, ਤੇ ਜਦੋਂ ਉੱਠੇ ਸੰਗਤਾਂ ਨੇ ਕਿਹਾ ਗਰੀਬ ਨਵਾਜ਼ ਵੀ ਇਹ ਕੀ ਕੌਤਕ ਹੈ ਅੱਜ। ਭਾਈ ਸੰਤੋਖ ਸਿੰਘ ਲਿਖਦੇ ਨੇ, ਉਹ ਫਿਰ ਸਾਰਾ ਕਹਿੰਦੇ ਵੀ ਮੈਨੂੰ ਉੱਠਣ ਨਹੀਂ ਦਿੱਤਾ, ਕਹਿੰਦੇ ਇੱਕ ਸਿੱਖ ਨੇ, ਮੇਰੇ ਚਰਨ ਫੜੇ ਹੋਏ ਸੀ, ਜੇ ਮੈਂ ਉੱਠਦਾ ਸੀ ਸਿੱਖ ਦੀ ਸਮਾਧੀ ਖੁੱਲ੍ਹਦੀ ਸੀ। ਜੇ ਸਿੱਖ ਮੇਰਾ ਧਿਆਨ ਧਰਦੇ ਮੈਂ ਵੀ ਤਾਂ ਸਿੱਖਾਂ ਦਾ ਧਿਆਨ ਧਰਦਾ। ਮਹਾਰਾਜ ਕੌਣ ਹੈ ਅਜਾ ਬੜਭਾਗਾ ਸਿੱਖ। ਮਹਾਰਾਜ ਬੋਲੇ ਕਾਬਲ ਮਹਿ ਗੋਂਦਾ ਸਿੱਖ ਰਹੇ, ਧਰੇ ਧਿਆਨ ਦੋਨੋਂ ਪਦ ਗਏ। ਮੇਰੇ ਤਾਂ ਦੋਨੇ ਪੈਰ ਫੜੇ ਹੋਏ ਸੀ ਚਰਨ, ਕਿਸ ਵਿਦ ਤਿਸ ਤੇ ਚਰਨ ਛੁਟਾਵੋ। ਮੈਂ ਤਾਂ ਸੋਚ ਰਿਹਾ ਸੀ ਤੁਹਾਡਾ ਵੀ ਮੈਨੂੰ ਖਿਆਲ ਸੀ ਵੀ ਚਰਨ ਕਿਵੇਂ ਛੁਡਾਵਾਂ, ਬਿਨਾ ਛੋਟੇ ਕਿਵੇਂ ਲੰਗਰ ਜਾਵੋ। ਚਰਨ ਛੁੱਟਣ ਤਾਂ ਲੰਗਰ 'ਚ ਜਾਵਾਂ। ਰਹਿਓ ਉਡੀਕਤ ਛੋਰੈ ਮੋਹੀ, ਮੈਂ ਤਾਂ ਉਡੀਕਦਾ ਰਿਹਾ ਵੀ ਮੈਨੂੰ ਛੱਡੇ ਤਾਂ ਸਹੀ। ਦ੍ਰਿੜ ਪੱਕੇ ਕਰਕੇ ਦ੍ਰਿੜ ਗਹਿ ਰਾਖਿਓ ਤਿਆਗ ਨਾ ਹੋਏ। ਜਦੋਂ ਸਿੱਖ ਮੇਰੇ ਚਰਨਾਂ ਨੂੰ ਨਹੀਂ ਛੱਡ ਰਿਹਾ ਤੇ ਮੈਂ ਸਿੱਖ ਨੂੰ ਕਿਵੇਂ ਛੱਡਦਾ ਧਿਆਨ ਵਿੱਚ। ਓਤ ਪੋਤ ਰਿਸ਼ਤਾ ਹੈ ਗੁਰੂ ਪਿਆਰਿਓ। ਜਦ ਸੰਧਿਆ ਹੋਈ ਦਿਨ ਗਇਓ, ਤਬ ਗੋਂਦਾ ਜਾਗਤ ਤਹਿ ਭਇਓ। ਉਹ ਉੱਠਿਆ ਤੇ ਫਿਰ ਗੁਰੂ ਸਾਹਿਬ ਜੀ ਉੱਠੇ। ਸਿੱਖਾਂ ਨੇ ਦਿਨ ਨੋਟ ਕਰ ਲਿਆ, ਵਕਤ ਨੋਟ ਕਰ ਲਿਆ, ਤੇ ਜਿਸ ਵੇਲੇ ਕਾਬਲ ਦੀ ਸੰਗਤ ਮਹਾਰਾਜ ਨੂੰ ਦਰਸ਼ਨ ਕਰਨ ਵਾਸਤੇ ਕੀਰਤਪੁਰ ਸਾਹਿਬ ਆਈ, ਜੀ ਇਹ ਸੰਗਤ ਕਿੱਥੋਂ ਆਈ ਹੈ? ਕਹਿੰਦੇ ਜੀ ਕਾਬਲ ਦੀ ਸੰਗਤ ਹੈ, ਧੰਨ ਭਾਗ। ਕਹਿੰਦੇ ਜੀ ਤੁਹਾਡੇ ਵਿੱਚ ਗੋਂਦਾ ਭਾਈ ਸਾਹਿਬ ਜਿਹੜੀਆਂ ਬਾਹਰ ਦੀਆਂ ਸਾਰੀ, ਕੋਈ ਕਿਤੋਂ ਆਇਆ ਕੋਈ ਕਿਤੋਂ ਆਇਆ, ਗੋਂਦਾ ਦੇਖਿਆ ਹੀ ਨਹੀਂ ਸੀ। ਕਈ ਇਹੋ ਜਿਹੇ ਵੀ ਸੀ, ਕੀਰਤਪੁਰ ਸਾਹਿਬ ਵਾਲਿਆਂ ਨੂੰ ਪਤਾ ਸੀ ਭਾਈ ਗੋਂਦਾ ਕੌਣ। ਮਹਾਰਾਜ ਪਿਆਰ ਕਰਦੇ ਰਹੇ। ਕਹਿੰਦੇ ਜੀ ਗੋਂਦਾ ਸਿੱਖ ਵਿਚੇ ਸੰਗਤ ਦੇ ਸਾਡੇ ਨਾਲ ਹੀ ਹੈ, ਕਹਿੰਦੇ ਆਏ। ਕਹਿੰਦੇ ਜੀ ਕਿਸੇ ਦਿਨ ਐਸਾ ਵੀ ਹੋਇਆ ਵੀ ਭਾਈ ਗੋਂਦਾ ਕਿਤੇ ਸਮਾਧੀ, ਕਹਿੰਦਾ ਭਾਈ ਗੋਂਦੇ ਦੀ ਗੱਲ ਛੱਡੋ, ਇੱਕ ਦਿਨ ਸਾਰਾ ਦਿਨ ਹੀ ਬੈਠਾ ਰਿਹਾ। ਇਹ ਤਾਂ 4 ਘੜੀਆਂ ਦਿਨ ਰਹਿੰਦਾ ਸੀ ਜਦੋਂ ਉੱਠਿਆ। ਕਹਿੰਦੇ ਜੀ ਕਿਹੜਾ ਦਿਨ? ਕਹਿੰਦੇ ਫਲਾਨਾ ਦਿਨ ਸੀ, ਸਾਨੂੰ ਕਿਹੜਾ ਭੁੱਲ ਜੂਗਾ ਇਹ ਦਿਨ। ਅਸੀਂ ਦੇਖਦੇ ਰਹੇ ਭਾਈ ਸਾਹਿਬ ਕਦੋਂ ਉੱਠਦੇ ਨੇ ਕਦੋਂ ਉੱਠਦੇ ਨੇ, ਸਾਰਾ ਦਿਨ ਬੈਠਾ ਰਿਹਾ। ਭਾਈ ਗੋਂਦੇ ਦੇ ਅੱਗੇ ਹੱਥ ਜੋੜ ਲਏ ਸੰਗਤ ਨੇ, ਕਹਿੰਦੇ ਭਾਈ ਗੋਂਦਿਆ ਧੰਨ ਹੈ ਤੂੰ ਤੇ ਧੰਨ ਹੈ ਗੁਰੂ ਹਰਿਰਾਏ ਸਾਹਿਬ। ਐਡਾ ਰਿਸ਼ਤਾ ਧਿਆਨ ਦਾ। ਕਹਿੰਦੇ ਭਾਈ ਇਹ ਗੁਰੂ ਨਾਨਕ ਨੇ ਕਿਰਪਾ ਕੀਤੀ ਹੈ, ਮੈਂ ਕੋਈ ਨਹੀਂ ਧਿਆਨ ਲਗਾਉਣ ਵਾਲਾ। ਸੁਣਿਆ ਲਾਗੈ ਸਹਿਜ ਧਿਆਨ, ਇਹ ਤਾਂ ਨਾਮ ਸੁਣਿਆ ਮੈਂ ਸੰਗਤ ਕਰਦਾ ਰਿਹਾ, ਤੇ ਉਹ ਸੰਗਤ ਕਰਦਿਆਂ ਕਹਿੰਦੇ ਨਾਮ ਦੇ ਸੁਣਨ ਦਾ ਮਹਾਤਮ ਹੈ। ਇਹ ਮੇਰੀ ਕੋਈ ਪਹੁੰਚ ਨਹੀਂ, ਜੇ ਮੇਰਾ ਧਿਆਨ ਲੱਗਣ ਲੱਗਿਆ ਤਾਂ ਇਹ ਸਰਵਣ ਦਾ ਮਹਾਤਮ ਹੈ। ਤੋ ਇਸ ਪ੍ਰਕਾਰ ਫਿਰ ਅੱਗੇ ਦੱਸਦੇ ਹਨ ਜੀ, ਨਾਨਕ ਭਗਤਾ ਸਦਾ ਵਿਗਾਸ। ਮਹਾਰਾਜ ਸਾਹਿਬ ਜੀ ਗੁਰੂ ਨਾਨਕ ਸਾਹਿਬ ਕਹਿੰਦੇ ਨੇ, ਸਿੱਧੋ ਜਿਹੜੇ ਪਰਮੇਸ਼ਰ ਦੇ ਭਗਤਾਂ ਨੂੰ ਜਿਹੜੇ ਰੱਬ ਦੇ ਪਿਆਰੇ ਨੇ, ਉਹਨਾਂ ਭਗਤਾਂ ਨੂੰ ਬੰਦਗੀ ਕਰਨ ਵਾਲਿਆਂ ਨੂੰ, ਸਦਾ ਦਾ ਅਰਥ ਹੈ ਹਮੇਸ਼ਾ, ਵਿਗਾਸ ਖੇੜੇ ਦਾ ਨਾਮ ਹੈ, ਆਨੰਦ ਦਾ ਨਾਮ ਹੈ।
ਹਮੇਸ਼ਾ ਹੀ ਖੇੜਾ ਬਣਿਆ ਰਹਿੰਦਾ ਹੈ। ਇਹ ਨਹੀਂ ਵੀ ਕਦੇ ਆਨੰਦ ਹੋ ਗਏ, ਕਦੇ ਸੰਸਾਰੀਆਂ ਦਾ ਲੋਕ ਹੈ, ਕਦੇ ਰੋਣ ਲੱਗ ਗਏ, ਕਦੇ ਹੱਸਣ ਲੱਗ ਗਏ। ਉਹਨਾਂ ਦਾ ਹੱਸਣਾ ਰੋਣਾ ਵੱਖਰਾ ਸਾਡੇ ਨਾਲੋਂ। ਅਸੀਂ ਪਦਾਰਥਾਂ ਨੂੰ, ਦੁੱਖਾਂ ਨੂੰ ਰੋਂਦੇ ਹਾਂ। ਅਸੀਂ ਪਦਾਰਥਾਂ ਨੂੰ ਮਿਲੇ ਤੇ ਖੁਸ਼ ਹੁੰਦੇ ਹਾਂ, ਨਹੀਂ। ਉਹ ਰੱਬ ਦੇ ਰੰਗ ਵਿੱਚ ਰੰਗ ਹੱਸੈ ਰੰਗ ਰੋਵੈ ਚੁੱਪ ਵੀ ਕਰ ਜਾਏ। ਉਹਨਾਂ ਦੇ ਰੰਗ ਹੀ ਵੱਖਰੇ ਨੇ। ਤੋ ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਨਾਨਕ ਭਗਤਾ ਸਦਾ ਵਿਗਾਸ। ਨਾਨਕ ਦੇ ਵਿਸਰਾਮ ਲਾਉਣਾ ਭਾਈ, ਧਿਆਨ ਰੱਖਣਾ। ਨਾਨਕ ਭਗਤਾ ਸਦਾ ਵਿਗਾਸ। ਮਹਾਰਾਜ ਕਹਿੰਦੇ ਉਹਨਾਂ ਨੂੰ ਸਦਾ ਹੀ ਖੇੜਾ ਰਹਿੰਦਾ। ਜਾਂ ਵਿਸ਼ੇਸ਼ ਨੂੰ ਕਹਿੰਦੇ ਨੇ ਵੇ, ਬੱਬਾ ਅਲੱਗ ਕਰ ਲਿਆ ਬਾਬਾ। ਵੇ ਵਿਸ਼ੇਸ਼ ਕਰਕੇ ਚਿੱਤ ਦੇ ਅੰਦਰ ਗਿਆਨ ਦਾ ਗਾਸ, ਗਾਸ ਨਾਮ ਹੈ ਪ੍ਰਕਾਸ਼ ਦਾ। ਫਾਰਸੀ ਦੇ ਵਿੱਚ ਗਾਸ ਆਕਾਸ਼ ਨੂੰ ਵੀ ਕਹਿੰਦੇ ਨੇ, ਗਾਸ ਪ੍ਰਕਾਸ਼ ਨੂੰ ਵੀ ਕਹਿੰਦੇ ਨੇ, ਚਾਨਣੇ ਨੂੰ। ਆਕਾਸ਼ ਦੀ ਤਰ੍ਹਾਂ ਨਿਰਵਿਕਲਪ ਹੋ ਜਾਣਾ ਸਮਾਧੀ ਦੇ ਵਿੱਚ, ਗਾਸ ਪ੍ਰਕਾਸ਼ ਹੋ ਜਾਣਾ। ਤੇ ਇਸ ਕਰਕੇ ਉਹਨਾਂ ਨੂੰ ਸਦਾ ਹੀ ਖੇੜਾ ਵੀ ਬਣਿਆ ਰਹਿੰਦਾ ਤੇ ਗਿਆਨ ਦਾ ਪ੍ਰਕਾਸ਼ ਹੋ ਜਾਂਦਾ। ਕਿਵੇਂ ਹੁੰਦਾ? ਨਾਮ ਜਪਤ ਕੋਟ ਸੂਰ ਉਜਾਰਾ, ਬਿਨ ਸਹਿ ਭਰਮ ਅੰਧੇਰਾ। ਹਰ ਵਕਤ ਤੇ ਸਮੇਂ ਚਿੱਤ ਜਿਹੜਾ ਬ੍ਰਹਮ ਗਿਆਨ ਦਾ ਉਹਨਾਂ ਨੂੰ ਖੇੜਾ ਬਣਿਆ ਰਹਿੰਦਾ ਹੈ। ਇਹ ਉਹਨਾਂ ਨੂੰ ਅਵਸਥਾ ਪ੍ਰਾਪਤ ਹੋ ਜਾਂਦੀ ਹੈ। ਤੇ ਕਈ ਵਾਰ ਸਤਿਪੁਰਸ਼ਾਂ ਦੇ ਗਿਆਨ ਵੀ ਉੱਥੇ ਕਰੋੜਾਂ ਸੂਰਜਾਂ ਦਾ ਪ੍ਰਕਾਸ਼ ਹੈ ਤੇ ਕਰੋੜਾਂ ਸੂਰਜਾਂ ਜਿੰਨਾ ਚਾਨਣਾ ਹੈ। ਤੇ ਇਸ ਪ੍ਰਕਾਰ ਸਾਧ ਸੰਗਤ ਜੀ ਸੁਣਨ ਵਾਲਿਆਂ ਨੂੰ ਕਈ ਵਾਰੀ ਹੁੰਦਾ ਵੀ ਪਤਾ ਨਹੀਂ ਉਹ ਬਾਹਰ ਦੇ ਚਾਨਣੇ ਵਰਗਾ ਹੀ ਹੋਊਗਾ। ਸੰਤ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲਿਆਂ ਦੀ ਇੱਕ ਵਾਰੀ ਗੱਡੀ ਖਰਾਬ ਹੋਦੀ ਜਾਂਦੇ ਜਾਂਦੇ ਅਚਾਨਕ ਹੋ ਜਾਂਦਾ, ਮਸ਼ੀਨਰੀ ਹੈ। ਤੇ ਹੁਣ ਹਨੇਰਾ ਸੀ, ਕੁਦਰਤੀ ਬੈਟਰੀ ਟਾਰਚ ਕੋਲ ਨਾ ਕੋਈ ਚਾਨਣਾ, ਕੋਈ ਨਾ। ਬੋਰਨਟ ਖੋਲ੍ਹਿਆ, ਕੋਇਲਾਂ ਕੁਲਾਂ ਜਿਹੀਆਂ ਦੇਖੀਆਂ ਵੀ ਕਰੰਟ ਬੰਦ ਹੋਇਆ ਜਾਂ ਤੇਲ ਕੀ ਹੈ। ਚਲੋ ਇਹੋ ਜਿਹੇ ਸਾਧਨ ਸੀ, ਹੁਣ ਤਾਂ ਆਟੋਮੈਟਿਕ ਹੋ ਗਈਆਂ ਗੱਡੀਆਂ। ਤੇ ਵਾਪਸ ਆ ਕੇ ਡਰਾਈਵਰ ਸੰਤ ਮਹਾਂਪੁਰਸ਼ ਕਹਿੰਦੇ ਕੀ ਗੱਲ ਹੈ? ਕਹਿੰਦੇ ਜੀ ਹਨੇਰਾ ਹੈ, ਜੇ ਚਾਨਣਾ ਹੁੰਦਾ ਫਿਰ ਤਾਂ ਮੈਂ ਦੇਖ ਲੈਂਦਾ ਤਾਰ। ਇੰਨੇ ਨੂੰ ਕੋਈ ਪ੍ਰੇਮੀ ਆਏ ਹੋਈ ਚਾਨਣਾ, ਉਹ ਤਾਂ ਗੱਲ ਅਲੱਗ ਹੈ। ਮੈਂ ਜਿਹੜੀ ਗੱਲ ਇੱਥੇ ਕਥਾ ਦੇ ਵਿੱਚ ਕਹਿੰਦਾ, ਸੰਤ ਬਾਬਾ ਕਿਸ਼ਨ ਸਿੰਘ ਬੈਠੇ ਸੀ ਕੋਲ। ਉਹ ਬੋਲਦੇ ਬੜਾ ਸਿੱਧਾ ਜਿਹਾ ਹੁੰਦੇ ਸੀ, ਅੰਦਰ ਤੋਂ ਸਤਿਕਾਰ ਸੀ। ਕੋਲ ਬੈਠੇ ਬੈਠੇ ਕਹਿੰਦੇ ਮਹਾਂਪੁਰਸ਼ੋ, ਕਹਿੰਦੇ ਤੁਸੀਂ ਤਾਂ ਕਹਿੰਦੇ ਕਰੋਨਾ ਸੂਰਜਾਂ ਜਿੰਨਾ ਪ੍ਰਕਾਸ਼ ਹੁੰਦਾ, ਕਹਿੰਦੇ ਇੱਥੇ ਤਾਂ ਭੋਰਾ ਕੇ ਚਾਹੀਦਾ, ਦੇ ਦਿਓ, ਗੱਡੀ ਠੀਕ ਕਰਨ ਵਾਲਾ ਕਰ ਦੇਵੇ। ਮਹਾਂਪੁਰਖ ਹੱਸ ਕੇ ਕਹਿੰਦੇ ਮਹਾਂਪੁਰਸ਼ੋ ਵੀ ਉਹ ਬਾਹਰ ਦੇ ਚਾਨਣੇ ਵਾਲੀ ਦੀ ਗੱਲ ਥੋੜ੍ਹੀ ਹੈ। ਇਹ ਨਾਮ ਜਪ ਕੇ ਕਰੋੜਾਂ ਸੂਰਜਾਂ ਜਿੰਨਾ ਪ੍ਰਕਾਸ਼, ਉਹ ਅੰਦਰ ਦਾ ਪ੍ਰਕਾਸ਼ ਹੈ। ਤੇ ਚਲੋ ਬਾਹਰ ਵੀ ਪ੍ਰਤੱਖ ਚਾਨਣਾ ਹੋ ਜਾਂਦਾ ਹੈ, ਐਸੀ ਨਹੀਂ ਬਾਤ ਹੈ। ਬਹੁਤ ਸਾਰੇ ਸਤਿਪੁਰਸ਼ ਐਸੇ ਨੇ, ਉਹ ਪ੍ਰਕਾਸ਼ ਜਿਹੜੇ ਮਤੰਗ ਰਿਸ਼ੀ ਹੋਇਆ, ਜਦੋਂ ਸਰੀਰ ਸਮਾਪਤ ਹੋ ਗਿਆ ਉਸਦਾ, ਤੇ ਜਿੱਥੇ ਉਹ ਜੋਤੀ ਜੋਤ ਸਮਾਇਆ ਸੀ, ਉੱਥੇ ਇੱਕ ਰੱਬੀ ਜੋਤ ਪ੍ਰਕਾਸ਼ ਆਪਣੇ ਆਪ ਜਗਮਗਾ ਰਿਹਾ। ਜਦੋਂ ਰਾਮ ਜੀ ਗਏ ਤੇ ਭੀਲਣੀ ਭਗਤਣੀ, ਜਿਹੜੇ ਸਾਰੇ ਰਿਸ਼ੀਆਂ ਨੂੰ ਛੱਡ ਕੇ ਰਾਮ ਜੀ ਉੱਥੇ ਭੀਲਣੀ ਦੇ ਜੂਠੇ ਬੇਰ ਖਾਧੇ। ਕਹਿੰਦੇ ਭੀਲਣੀ ਤੂੰ ਧੰਨ ਹੈ, ਧੰਨ ਤੇਰਾ ਗੁਰੂ ਹੈ। ਕਹਿੰਦੇ ਜਿਹਨੇ ਇਹੋ ਜਿਹੇ ਭਗਤ ਪੈਦਾ ਕੀਤੇ। ਕਹਿੰਦੀ ਆਓ ਰਾਮ ਜੀ ਮੈਂ ਤੁਹਾਨੂੰ ਆਪਣੇ ਗੁਰੂ ਦਾ ਸਥਾਨ ਦਿਖਾਵਾਂ। ਜਦੋਂ ਗਏ ਅਣਜਾਣ ਜਾਂ ਬਣ ਕੇ ਪੁੱਛਦੇ ਰਾਮ ਜੀ, ਮਾਤਾ ਸਬਰੀ ਇਹ ਪ੍ਰਕਾਸ਼ ਜੋਤ, ਇਹਦੇ ਵਿੱਚ ਘੀ ਨਹੀਂ ਹੈ, ਇਹਦੇ 'ਚ ਬੱਤੀ ਨਹੀਂ ਹੈ, ਇਹ ਪ੍ਰਕਾਸ਼। ਕਹਿਣ ਲੱਗੇ ਰਾਮ ਜੀ ਇਹ ਮੇਰੇ ਗੁਰਦੇਵ ਦੇ ਤਪੱਸਿਆ ਦਾ ਪ੍ਰਕਾਸ਼ ਹੈ। ਪ੍ਰਤੱਖ ਚਾਨਣਾ ਵੀ ਹੋ ਜਾਂਦਾ ਹੈ, ਭਗਤਾਂ ਨੂੰ ਸਦਾ ਹੀ ਪ੍ਰਤੱਖ ਚਾਨਣਾ ਵੀ ਹੁੰਦਾ ਹੈ, ਐਸੀ ਬਾਤ ਨਹੀਂ ਹੈ। ਤੋ ਇਸ ਕਰਕੇ ਨਾਮ ਦਾ ਮਹਾਤਮ ਹੈ। ਜੇ ਸੁਣਿਆ ਦੁਖ ਪਾਪ ਕਾ ਨਾਸ, ਇਹਦੇ ਅਰਥ ਪਿੱਛੇ ਵੀ ਹੋਲੇ, ਪਰ ਦੁਬਾਰੇ ਨਿਯਮ ਹੈ ਨਾ, ਕਰਨੇ ਤਾਂ ਪੈਂਦੇ ਹੁੰਦੇ। ਨਾਮ ਨੂੰ ਸੁਣਨ ਦੇ ਨਾਲ ਦੁੱਖ ਸਰੀਰਕ ਹੋਣ, ਬਿਮਾਰੀਆਂ ਸਰੀਰਕ ਹੋਣ, ਜਾਂ ਫਿਰ ਜਿਹੜੇ ਪਾਪ ਜਨੇ ਦੁੱਖ, ਪਾਪਾਂ ਨੇ ਜਿਨ੍ਹਾਂ ਨੂੰ ਜਨਮ ਦਿੱਤਾ ਹੈ, ਉਹਨਾਂ ਪਾਪਾਂ ਦਾ ਵੀ ਅਤੇ ਦੁੱਖਾਂ ਦਾ ਵੀ, ਗੁਨਾਹਾਂ ਦਾ, ਪਾਪ ਕਹਿੰਦੇ ਨੂੰ ਗੁਨਾਹਾਂ ਨੂੰ, ਉਹਨਾਂ ਦਾ ਨਾਸ ਹੋ ਜਾਂਦਾ ਹੈ। ਕਿਉਂਕਿ ਅਸੀਂ ਹਰ ਵਕਤ ਪਾਪ ਕਮਾਉਂਦੇ ਰਹਿੰਦੇ ਹਾਂ। ਅਸੀਂ ਖਤੇ ਬਹੁਤ ਕਮਾਵੰਦੇ, ਕਛ ਅੰਤ ਨਾ ਪਾਰਾਵਾਰ। ਮਹਾਰਾਜ ਗੁਨਾਹਾਂ ਦਾ ਕੋਈ ਅੰਤ ਹੀ ਨਹੀਂ, ਕਿੰਨੇ ਕਰੇ। ਖਤੇ ਭੁੱਲ, ਇਹ ਫਾਰਸੀ ਦਾ ਗੁਨਾਹ ਨੂੰ ਕਹਿੰਦੇ ਨੇ ਖਤਾ। ਸਾਸ ਸਾਸ ਹਮ ਭੁੱਲਣ ਹਾਰੇ, ਛਿਨ ਛਿਨ ਦੇ ਵਿੱਚ ਅਸੀਂ ਭੁੱਲਣ ਹਾਰ।
ਇਸ ਕਰਕੇ ਉਹ ਜਿਹੜੇ ਪਾਪ ਨੇ ਉਹਨਾਂ ਤੋਂ ਦੁੱਖ ਜਨਮ ਲੈਂਦੇ ਨੇ। ਨਾਮ ਦੇ ਸੁਣ ਕਰਕੇ ਪਾਪ ਵੀ ਨਾਸ ਹੋ ਜਾਂਦੇ, ਦੁੱਖ ਵੀ ਨਾਸ ਹੋ ਜਾਂਦੇ ਨੇ। ਇਹਦੇ ਵਿੱਚ ਇੱਕ ਹੋਰ ਭਾਵ ਵੀ ਹੈ। ਦੁੱਖਾਂ ਦਾ ਕਾਰਨ ਪਾਪ ਹੈ ਤੇ ਸੁਣਨ ਦੇ ਨਾਲ ਉਹ ਨਿਵਰਤ ਹੋ ਜਾਂਦਾ ਹੈ। ਕਿੰਨਿਆਂ ਦੇ ਰੋਗ ਕੱਟੇ ਗਏ ਸੁਖਮਨੀ ਸਾਹਿਬ ਦੇ ਨਾਲ, ਜਪਜੀ ਸਾਹਿਬ ਦੇ ਨਾਲ। ਨਾਮ ਦੀ ਮਹਿਮਾ। ਦੁਖ ਰੋਗ ਬਿਨ ਸੇ ਪੈ ਪਰਮ ਕਹਿਨ, ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ। ਇਹ ਪੜ੍ਹ ਰਹੇ ਹਾਂ ਰੋਜ਼। ਪੜ੍ਹ ਕੇ ਨਹੀਂ, ਥੋੜ੍ਹਾ ਜਿਹਾ ਇਹਦੇ 'ਚ ਧਿਆਨ ਵੀ ਸਾਨੂੰ ਕਰਨਾ ਚਾਹੀਦਾ। ਇਹ ਜ਼ਰੂਰੀ ਨਹੀਂ ਹੈ ਕਿ ਜਿਹਦਾ ਸਰੀਰ ਤੰਦਰੁਸਤ ਹੈ ਕਿ ਉਹਦਾ ਦਿਮਾਗ ਵੀ ਤੰਦਰੁਸਤ ਹੋਵੇ, ਜ਼ਰੂਰੀ ਨਹੀਂ ਹੈ। ਕਈਆਂ ਦਾ ਸਰੀਰ ਰਿਸ਼ਟ-ਪੁਸ਼ਟ ਹੈ, ਦਿਮਾਗ ਬਿਮਾਰ ਹੈ। ਔਰ ਕਈਆਂ ਦਾ ਸਰੀਰ ਵੀ ਤੰਦਰੁਸਤ ਹੈ, ਦਿਮਾਗ ਵੀ ਤੰਦਰੁਸਤ ਹੈ, ਲੇਕਿਨ ਮਨ ਰੋਗੀ ਹੈ। ਉਹਨੂੰ ਮਾਨਸਿਕ ਰੋਗ ਕਹਿੰਦੇ। ਤੇ ਨਾਮ ਦਾ ਮਹਾਤਮ ਹੈ। ਕਹਿੰਦੇ ਤਨ ਦੇ ਰੋਗ ਤਾਂ ਪ੍ਰਲਬਧ ਅਨੁਸਾਰ ਭੋਗਣੇ ਪੈਂਦੇ ਨੇ ਤੇ ਨਾਮ ਉਹਨੂੰ ਵੀ ਕੱਟ ਦਿੰਦਾ ਹੈ। ਪਰ ਦੂਸਰੀ ਗੱਲ ਇਹ ਹੈ, ਕਹਿੰਦੇ ਮਨ ਨੂੰ ਤੰਦਰੁਸਤ ਕਰਨ ਵਾਲਾ ਪਰਮੇਸ਼ਰ ਦਾ ਨਾਮ ਜਿਹੜਾ ਸੁਣਦੇ ਨੇ ਉਹਨਾਂ ਦਾ ਮਨ ਤੰਦਰੁਸਤ ਹੋ ਜਾਂਦਾ ਹੈ, ਉਹਨਾਂ ਦਾ ਦਿਮਾਗ ਤੰਦਰੁਸਤ ਹੋ ਜਾਂਦਾ ਹੈ। ਇਸ ਕਰਕੇ ਜਿਹੜੀ ਉਹਨਾਂ ਨੂੰ ਉਹ ਬਿਮਾਰੀ ਚਾਹੇ ਦਿਮਾਗੀ ਹੈ ਚਾਹੇ ਮਾਨਸਿਕ ਹੈ, ਉਹ ਹੈ ਤਾਂ ਪਾਪਾਂ ਕਰਕੇ ਹੀ। ਦੁੱਖ ਪਾਪ ਕਾ ਨਾਸ, ਇਹ ਨਾਮ ਦੀਆਂ ਬਰਕਤਾਂ ਨੇ। ਗੁਰੂ ਕਿਰਪਾ ਕਰੇ। ਇੱਥੇ ਇਹ ਸੁਣਿਆ ਦੁੱਖ ਪਾਪ ਕੇ ਨਾਸ ਦੇ ਨਾਲ ਹੀ ਅੱਜ ਦੀ ਵਿਚਾਰ ਇੱਥੇ ਸਮਾਪਤ ਹੁੰਦੀ ਹੈ। ਤੇ ਸਤਿਗੁਰੂ ਮਹਾਰਾਜ ਸਾਹਿਬ ਨੇ ਜੋ ਇਹਦੇ 'ਚ ਭਾਵ ਰੱਖਿਆ, ਆਪ ਜੀ ਨੇ ਸੁਣਿਆ। 10ਵੀਂ ਪੌੜੀ ਅੱਜ ਸਮਾਪਤ ਹੋ ਗਈ ਹੈ। 10ਵੀਂ ਪੌੜੀ ਦਾ ਜਿਹੜਾ ਮੁੱਖ ਸਿਧਾਂਤ ਭਾਵ ਨਿਚੋੜ ਕੀ ਹੈ, ਇਸ ਦਾ 2 ਅੱਖਰਾਂ ਦੇ ਵਿੱਚ ਇਹਦੇ 'ਚ ਸਿਧਾਂਤ ਹੈ ਕਿ ਨਾਮ ਸਰਵਣ ਕਰਕੇ ਸਤ ਸੰਤੋਖ ਗਿਆਨ ਦੀ ਪ੍ਰਾਪਤੀ ਹੋ ਜਾਂਦੀ ਹੈ। ਨਾਮ ਦੇ ਸਰਵਣ ਕਰਕੇ 68 ਤੀਰਥਾਂ ਦੇ ਇਸ਼ਨਾਨ ਦਾ ਮਹਾਤਮ, ਉੱਥੇ ਬੈਠਿਆਂ ਨੂੰ ਉਹਦਾ ਫਲ ਮਿਲ ਜਾਂਦਾ ਹੈ। ਜਿਹੜਾ ਉੱਥੇ ਜਾ ਕੇ ਫਲ ਮਿਲਣਾ ਸੀ ਉੱਥੇ ਬੈਠਿਆਂ ਮਿਲ ਗਿਆ ਗੁਰਸਿੱਖਾਂ ਨੂੰ। ਨਾਮ ਸਰਵਣ ਕਰਕੇ ਪੜ੍ਹਾਈ ਦੇ ਪੜ੍ਹਨ ਵਾਲਿਆਂ ਨਾਲੋਂ ਜ਼ਿਆਦਾ ਮਾਣ ਪ੍ਰਾਪਤ ਹੋ ਜਾਂਦਾ ਹੈ। ਸੰਸਾਰ ਪੜ੍ਹਾਈਆਂ ਪੜ੍ਹ ਕੇ ਚਾਹੇ ਕੋਈ ਚੰਦਰਮਾ 'ਤੇ ਪਹੁੰਚ ਜਾਵੇ, ਪੰਡਤ ਸੂਰ ਛਤਰਪਤ ਰਾਜਾ ਚਾਰੇ ਵੇਦ ਪੜ੍ਹਿਆ ਹੋਵੇ, ਭਗਤ ਨਹੀਂ ਉਹਦੇ ਬਰਾਬਰ, ਭਗਤ ਦੇ ਬਰਾਬਰ ਨਹੀਂ ਹੈ। ਪੰਡਤ ਸੂਰ ਛਤਰਪਤ ਰਾਜਾ ਭਗਤ ਬਰਾਬਰ ਔਰ ਨਾ ਕੋਏ। ਉਹਨਾਂ ਪੜ੍ਹਨ ਵਾਲਿਆਂ ਨਾਲੋਂ ਜ਼ਿਆਦਾ ਮਾਣ ਪ੍ਰਾਪਤ ਹੋ ਜਾਂਦਾ ਹੈ। ਤੇ ਨਾਮ ਸਰਵਣ ਕਰਕੇ ਸਹਿਜ ਸਰੂਪ ਵਿੱਚ ਧਿਆਨ ਲੱਗ ਜਾਂਦਾ ਹੈ। ਸਹਿਜ ਨਾਮ ਗਿਆਨ ਦਾ ਬ੍ਰਹਮ ਗਿਆਨ ਪ੍ਰਾਪਤ ਹੋ ਜਾਂਦਾ ਹੈ। ਸਹਿਜ ਸ਼ਾਂਤੀ ਪ੍ਰਾਪਤ ਹੋ ਜਾਂਦੀ ਹੈ, ਸੁਤੇ ਸਿੱਧੀ। ਤੇ ਇਹ 10ਵੀਂ ਪੌੜੀ ਦੇ 67 ਅੱਖਰਾਂ ਦੇ ਵਿੱਚ ਗੁਰੂ ਸਾਹਿਬ ਨੇ ਇਹ ਸਿਧਾਂਤ ਕਥਨ ਕੀਤਾ ਹੈ। ਗੁਰੂ ਕਿਰਪਾ ਕਰੇਗਾ। ਇੱਥੇ ਹੁਣ ਸਮਾਪਤੀ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।